ਇਹ ਜੇ ਉਦੋਂ ਸਿੱਖ ਇੰਨੇ ਤਕੜੇ ਸੀ ਵੀ ਅਬਦਾਲੀ ਨੂੰ ਹੱਥ ਨਹੀਂ ਲਾਉਣ ਦਿੱਤਾ, ਤੇ ਫਿਰ ਹੁਣ ਕੀ ਹੋ ਗਿਆ ਕਿ 2015 ਤੋਂ ਕੰਟੀਨਿਊਸਲੀ ਉਹੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ। ਸਿੱਖੀ ਦੁਸ਼ਮਣਾਂ ਨਾਲ ਮਿਲ ਜਾਣ ਫਿਰ ਇਹੋ ਜਿਹਾ ਕੰਮ ਤਾਂ ਰੁਕਦਾ ਨਹੀਂ ਹੈਗਾ। ਹੁਣ ਉਹ ਵਾਲੀ ਜਿਹੜੀ ਧਿਰ ਹੈ ਉਹ ਆਪਣੇ ਆਪ ਨੂੰ ਨੁਮਾਇੰਦਾ ਜਮਾਤ ਕਹਿੰਦੀ ਹੈ ਜੀ ਸਿੱਖਾਂ ਦੀ, ਪਰ ਤੁਸੀਂ ਜਿੱਦਾਂ ਹੁਣੇ ਜ਼ਿਕਰ ਕੀਤਾ ਜੀ ਵੀ ਉਹ ਖੁਦ ਰਲੇ ਹੋਏ ਨੇ। ਇਹ ਕਹਿੰਦੇ ਤਾਂ ਹੈਗੇ ਕਿ ਅਸੀਂ ਇਨਕਲਾਬੀ ਲੋਕ ਹੈ, ਪਰ 1984 ਤੋਂ ਬਾਅਦ ਇਹਨਾਂ ਨੇ ਤਾਂ ਬੰਦੂਕਾਂ ਸਿੱਖਾਂ ਦੇ ਖਿਲਾਫ ਸਰਕਾਰ ਦੀਆਂ ਫੜ ਲਈਆਂ ਸੀਗੀਆਂ। ਬੀਜੇਪੀ ਤੇ ਆਰਐਸਐਸ ਦੀ ਤਾਕਤ ਦੇ ਨਾਲ ਸਾਡੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ ਇਹਨਾਂ ਨੇ। ਹੌਲੀ ਹੌਲੀ ਹੁਣ ਹਰੇਕ ਦੇ ਉੱਪਰ ਹੀ ਉਸ ਚੀਜ਼ ਨੂੰ ਪ੍ਰਚਾਰ ਦਿੱਤਾ ਜਾਂਦਾ ਵੀ ਜਿਹੜਾ ਕਿਹੜਾ ਵੀ ਕਿਸੇ ਤਰ੍ਹਾਂ ਕੋਈ ਇਤਰਾਜ਼ ਹੋਵੇ ਤੇ ਉੱਧਰੋਂ ਕਿਹਾ ਜਾਂਦਾ ਜੀ ਇਹ ਤਾਂ ਖਾਲਿਸਤਾਨੀ ਹੈ। ਸੰਦਨਵਾਲੀਆ ਸਾਹਿਬ, ਇਹਨਾਂ ਦੇ ਪੈਰਾਂ ਥੱਲੋਂ ਧਰਤੀ ਖਿਸਕ ਗਈ ਹੈ। ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਇੰਡੀਆ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੂੰ ਕਿਹਾ ਕਿ ਉੱਥੇ ਖਾਲਿਸਤਾਨੀ ਹੈਗੇ ਕੈਨੇਡਾ ਦੇ ਵਿੱਚ, ਤੇ ਜੇ ਸੁਪਰੀਮ ਕੋਰਟ ਨੇ ਕਹਿਤਾ ਕਿ ਖਾਲਿਸਤਾਨ ਕਹਿਣਾ ਕੋਈ ਅਪਸ਼ਬਦ ਨਹੀਂ ਹੈ, ਨਾ ਇਹਦੇ 'ਤੇ ਕੋਈ ਪਾਬੰਦੀ ਲੱਗ ਸਕਦੀ ਹੈ, ਤੇ ਫਿਰ ਇੰਡੀਅਨ ਗਵਰਨਮੈਂਟ ਨੂੰ ਪਤਾ ਨਹੀਂ ਕੀ ਤਕਲੀਫ ਹੋ ਰਹੀ ਹੈ। ਤੇ ਇਹਦਾ ਇਹ ਸਿੱਖ ਰਲ ਕੇ ਕਿਉਂ ਨਹੀਂ ਜਵਾਬ ਦਿੰਦੇ ਹੈਗੇ। ਹੁਣ ਹਿੰਦੂ ਤੇ ਮੁਸਲਮਾਨ ਦੀ ਇਤਿਹਾਸ ਦੇ ਵਿੱਚ ਨਹੀਂ ਬਣੀ, ਇਹ ਗੱਲ ਅਲੱਗ, ਪਰ ਸਾਨੂੰ ਸਿੱਖਾਂ ਨੂੰ ਡਰ ਪਾ ਦੇਣਾ। ਤੇ ਅੱਜ ਵੀ ਜਿਹੜਾ ਇਹ ਬੀਜੇਪੀ ਤੇ ਮਹਾਰਾਜਾ ਪਟਿਆਲਾ ਰਲ ਕੇ ਕਹਿ ਰਿਹਾ ਹੈ ਕਿ ਜੇ ਸਾਡੀ ਸਰਕਾਰ ਨਾ ਆਈ ਤੇ ਪਾਕਿਸਤਾਨ ਇੱਥੋਂ ਆ ਜਾਊਗਾ, ਇਹ ਸਾਨੂੰ ਸਮਝਦੇ ਕੀ ਹੈ। ਜੇ ਮੈਂ ਲੇਟੈਸਟ ਗੱਲ ਵੀ ਕਰਾਂ ਤੇ ਅਜੇ ਵੀ ਆ ਦਿੱਲੀ ਦੇ ਵਿੱਚ ਮਸਲਾ ਇੱਕ ਉਹ ਸਿੱਖ ਬੀਬੀ ਦੇ ਨਾਲ ਜੋ ਕੁਝ ਹੋਇਆ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਆ। ਇਹ ਫਿਰ ਵੀ ਉਹਦੇ ਬਾਵਜੂਦ ਵੀ ਕਾਂਗਰਸ ਪਾਰਟੀ ਦਾ ਵਾਰ-ਵਾਰ ਪੰਜਾਬ ਦੇ ਵਿੱਚ ਰਾਜ ਕਰਨਾ, ਉਹਨਾਂ ਨੂੰ ਵੋਟਾਂ ਮਿਲਣੀਆਂ, ਹੁਣ ਵੀ ਉਹ ਕਹਿੰਦੇ ਨੇ ਕਿ ਅਗਲੇ 5 ਸਾਲ ਸਾਨੂੰ ਫਿਰ ਦਿਓ। ਫਿਰ ਵਾਰ-ਵਾਰ ਉਹਨਾਂ ਦੇ ਜਿੱਤਣ ਦਾ ਕਾਰਨ ਕੀ ਸਮਝਦੇ ਹੋ ਤੁਸੀਂ? ਮੈਨੂੰ 3 ਵਾਰੀ ਜ਼ਲੀਲ ਕੀਤਾ ਹੈ ਆਪਣੇ ਸਿੱਖਾਂ ਨੇ ਮੇਰੀਆਂ ਜ਼ਮਾਨਤਾਂ ਜ਼ਬਤ ਕਰਾਉਣ ਲਈ। ਸੋ ਤੁਸੀਂ ਸਮਝ ਸਕਦੇ ਹੋ ਕਿ ਸਿੱਖ ਵੀ ਇਕੁਅਲੀ ਰਿਸਪੌਂਸਿਬਲ ਨੇ ਕਿ ਸਿੱਖ ਪੋਲੀਟਿਕਸ ਨੂੰ ਉੱਤੇ ਨਹੀਂ ਆਉਣ ਦਿੰਦੇ। ਤੇ ਆਹ ਜਿਹੜੀ ਬੀਬੀ ਦੇ ਨਾਲ ਬੇਪਤੀ ਹੋਈ ਹੈ ਦਿੱਲੀ ਦੇ ਵਿੱਚ, ਇਹ ਦੋਨੋਂ ਬੀਜੇਪੀ ਤੇ ਆਮ ਆਦਮੀ ਪਾਰਟੀ ਰਿਸਪੌਂਸਿਬਲ ਹੈਗੇ ਹੈ। ਤੇ ਉਸ ਵੇਲੇ ਕੀ ਇਹ ਸਾਰੇ ਲੀਡਰ ਸੁੱਤੇ ਪਏ ਸੀਗੇ? ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਇਸ ਵਕਤ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਨੇ ਤੇ ਇਲੈਕਸ਼ਨਾਂ ਦੇ ਵਿੱਚ ਹਰੇਕ ਪੋਲੀਟੀਕਲ ਪਾਰਟੀ ਨੂੰ ਹੱਕ ਹੈ ਜੀ ਕਿ ਉਹ ਆਪਣੀ ਆਪਣੀ ਗੱਲ ਕਰੇ। ਤੇ ਇਸੇ ਤਰ੍ਹਾਂ ਹੀ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ, ਜਿਹੜੇ ਕਿ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਸ ਵਕਤ ਉਹਨਾਂ ਦੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਵੀ ਚੋਣਾਂ ਦੇ ਵਿੱਚ ਹੈ। ਮਾਨ ਸਾਹਿਬ, ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਤੇ। ਇਹ ਤਾਂ ਜੀ the honor goes to you and to me also for accepting this. You're a great person and a great personality. Thank you very much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਸਭ ਤੋਂ ਪਹਿਲਾਂ ਤੇ ਸਮੁੱਚੀ ਦੁਨੀਆ 'ਚ ਬੈਠੀ ਜਿਹੜੀ ਸਿੱਖ ਸੰਗਤ ਹੈ ਜੀ, ਉਹ ਤੁਹਾਡੀ ਸਿਹਤ ਬਾਰੇ ਜ਼ਰੂਰ ਜਾਣਨਾ ਚਾਹੁੰਦੀ ਹੈ, ਕਿਉਂਕਿ ਉਹ ਜ਼ਰੂਰ ਤੁਸੀਂ ਜੀ ਸ਼ੁਰੂ 'ਚ ਦੱਸ ਦਿਓ ਕਿ ਵੀ ਸਿਹਤ ਠੀਕ ਠਾਕ ਆ ਜੀ, ਚੜ੍ਹਦੀ ਕਲਾ? ਹਾਂਜੀ, ਮੈਂ ਚੜ੍ਹਦੀ ਕਲਾ 'ਚ ਹੈ। ਮੈਂ ਥੱਕਦਾ ਨਹੀਂ ਸ਼ਾਮ ਤੱਕ, ਤੇ ਸਾਰਾ ਆਪਣੀ ਰੂਟੀਨ ਦੇ ਨਾਲ ਕੰਮ ਕਰ ਰਹੇ ਹਾਂ। ਜਿਹੜੀ ਮੇਰੀ ਡਿਊਟੀ ਲੱਗਦੀ ਹੈ ਮੇਰੇ ਮੈਨੇਜਰਸ ਦੀ, ਜਿਵੇਂ ਜਿਵੇਂ ਉਹ ਕਰਦੇ ਹੈ, ਤੇ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਜੇ ਤੱਕ ਤਾਂ ਪੂਰੇ ਫਿੱਟ ਹੈ ਜੀ। ਤੇ ਜੇ ਤੁਸੀਂ ਕਹੋਗੇ ਕਿ ਮੈਂ ਦਰਿਆ ਟੱਪ ਕੇ ਕਰਤਾਰਪੁਰ ਸਾਹਿਬ ਪਹੁੰਚਾਂ, ਉਹ ਵੀ ਮਹਾਰਾਜ ਦੀ ਬਖਸ਼ਿਸ਼ ਹੈ ਕਿ ਮੈਂ ਕਰ ਸਕਦਾ ਜੀ। ਕੀ ਬਾਤ ਹੈ। ਮਾਨ ਸਾਹਿਬ, ਇਸ ਵਕਤ ਹਲਕਾ ਅਮਰਗੜ੍ਹ ਤੋਂ ਤੁਸੀਂ ਉਮੀਦਵਾਰ ਹੋ, ਤੇ ਜੇ ਇਸ ਵਕਤ ਉਸ ਹਲਕੇ ਤੋਂ ਹੀ ਆਪਾਂ ਸ਼ੁਰੂਆਤ ਕਰੀਏ ਤੇ ਕਿਹੜੇ ਸੁਨੇਹੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਇਸ ਵਾਰ ਪਹੁੰਚ ਰਹੇ ਹੋ ਜੀ? ਕਿਉਂਕਿ ਵੈਸੇ ਤਾਂ ਜਿਹੜੀ ਲੜਾਈ ਹੈ ਬੜੀ ਲੰਮੀ ਦੇਰ ਤੋਂ ਤੁਸੀਂ ਲੜ ਰਹੇ ਹੋ, ਉਹ ਸਾਰਿਆਂ ਨੂੰ ਪਤਾ ਜੀ, ਉਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਮੈਂ ਇਸ ਵਕਤ ਮੌਜੂਦਾ ਗੱਲਾਂ ਕਰਾਂ ਜਿਹੜੀਆਂ ਕਿ ਤੁਸੀਂ ਲੋਕਾਂ ਤੱਕ ਜਾ ਕੇ ਕਰ ਰਹੇ ਹੋ, ਜੇ ਆਪਾਂ ਉੱਥੋਂ ਹੀ ਪਹਿਲਾਂ ਸ਼ੁਰੂਆਤ ਕਰ ਲਈਏ, ਫਿਰ ਕਿਉਂਕਿ ਵੱਡੇ ਮਸਲੇ ਨੇ ਉਹ ਸਿੱਖ ਕੌਮ ਦੇ, ਆਪਾਂ ਉਹਨਾਂ 'ਤੇ ਵੀ ਆਵਾਂਗੇ ਜੀ। ਪਹਿਲਾਂ ਹਲਕਾ ਅਮਰਗੜ੍ਹ ਤੋਂ ਆਪਾਂ ਸ਼ੁਰੂ ਕਰ ਲਈਏ ਜੀ।
ਸੰਧਵਾਲੀਆ ਸਾਹਿਬ ਇਹ ਹਿਸਟੋਰਿਕਲੀ ਬੜਾ ਫੇਮਸ ਇਲਾਕਾ ਹੈ, ਜਿਹਦਾ ਲੋਕਾਂ ਨੂੰ, ਸਿੱਖਾਂ ਨੂੰ ਅਜੇ ਤੱਕ ਪਤਾ ਨਹੀਂ। 1762 ਦੇ ਵਿੱਚ ਇਸ ਇਲਾਕੇ ਦੇ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਉੱਤੇ ਫਤਿਹ ਪਾ ਕੇ ਉਹਨੂੰ ਵਾਪਸ ਅਫਗਾਨਿਸਤਾਨ ਤੇ ਖੈਬਰ ਪਾਸ ਦੇ ਦੂਜੇ ਪਾਸੇ ਤੋਰਤਾ ਸੀਗਾ, ਜਿਹੜਾ ਕਿ ਕਦੇ ਵੀ ਇੰਡੀਅਨ ਹਿਸਟਰੀ ਦੇ ਵਿੱਚ ਨਹੀਂ ਹੋਇਆ ਕਿ ਜਿਹੜਾ ਵੀ ਹਮਲਾਵਰ ਆਇਆ ਅਫਗਾਨਿਸਤਾਨ ਵੱਲੋਂ ਉਹ ਰਾਜ ਕਰਕੇ ਗਿਆ ਸਾਰੇ ਹਿੰਦੁਸਤਾਨ ਦੇ ਉੱਤੇ। ਸੋ ਮੈਨੂੰ ਬੜਾ ਫਖਰ ਹੈ ਕਿ ਮੈਂ ਇਸ ਇਲਾਕੇ ਦੇ ਵਿੱਚ, ਜਿੱਥੇ ਅਹਿਮਦ ਸ਼ਾਹ ਅਬਦਾਲੀ ਨੂੰ ਸ਼ਿਕਸਤ ਦਿੱਤੀ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿੱਤੀ, ਕਿਉਂ ਕਰਕੇ ਸਿੰਘ ਰਾਜਸਥਾਨ ਨੂੰ ਜਾ ਰਹੇ ਸੀਗੇ, ਪਿੱਛੇ ਮੁਗਲ ਹਕੂਮਤ ਉਹਨਾਂ ਦੇ ਲੱਗੀ ਹੋਈ ਸੀ, ਅਬਦਾਲੀ ਦੀ ਵੀ ਫੌਜ ਲੱਗੀ ਹੋਈ ਸੀਗੀ। ਅਤੇ ਫਿਰ ਜਿਹੜਾ ਜੰਗ ਇੱਥੇ ਹੋਇਆ ਕੁੱਪ ਦੇ ਵਿੱਚ, ਉੱਥੇ ਗੱਡੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਰਾਜਮਾਨ ਕੀਤਾ ਸੀਗਾ। ਅਤੇ ਅਫਗਾਨ ਫੌਜ ਨੂੰ ਪਤਾ ਸੀਗਾ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਜਿਉਂਦਾ ਜਾਗਦਾ ਆਪਣਾ ਗੁਰੂ ਸਮਝਦੇ ਹੈ, ਅਤੇ ਉਹਨਾਂ ਦੀ ਸਭ ਤੋਂ ਜ਼ਿਆਦਾ ਖਾਸ ਸੀਗੀ ਕਿ ਜੇ ਇਹਨਾਂ ਦਾ ਗ੍ਰੰਥ ਸਾਹਿਬ ਸਾਡੇ ਕਬਜ਼ੇ 'ਚ ਆ ਜਾਏ ਤਾਂ ਫਿਰ ਅਸੀਂ ਸਿੱਖਾਂ ਦੇ ਉੱਤੇ ਫਤਿਹ ਪਾ ਲਾਂਗੇ। ਪਰ ਸਿੱਖਾਂ ਨੇ ਬਿਲਕੁਲ ਗੱਡੇ ਦੇ ਕੋਲੇ ਅਫਗਾਨੀਆਂ ਦੀ ਫੌਜ ਨਹੀਂ ਆਉਣ ਦਿੱਤੀ। ਬੇਸ਼ੱਕ 35,000 ਸਿੱਖ ਇੱਥੇ ਸ਼ਹੀਦ ਹੋਇਆ। ਸੋ ਇਹ ਬਹੁਤ ਵੱਡੀ ਗੱਲ ਹੈ। ਅਤੇ ਅਗਲੇ ਪਿੰਡ ਕੁਤਬੇ ਦੇ ਵਿੱਚ ਲੜਾਈ ਹੋਈ, ਉੱਥੇ ਵੀ ਬਰਾਬਰ ਰਹੀ। ਫਿਰ ਅਖੀਰ ਇਹ ਪਿੰਡ ਗਹਿਲੀ ਦੇ ਵਿੱਚ ਜਾ ਕੇ ਅਫਗਾਨਾਂ ਦੀ ਫੂਕ ਕੱਢਤੀ ਇਹਨਾਂ ਲੋਕਾਂ ਨੇ। ਸੋ ਆਈ ਐਮ ਵੈਰੀ ਪ੍ਰਿਵਿਲੇਜਡ, ਮੇਰੇ ਨਸੀਬ ਅੱਛੇ ਹੈ ਕਿ ਜਿਹੜਾ ਮੈਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਜੰਗ ਲੜ ਰਿਹਾ, ਅਤੇ ਮੈਨੂੰ ਉਹ ਇੰਸਪੀਰੇਸ਼ਨ ਮਿਲ ਰਹੀ ਹੈ ਜਿਹੜੀ ਇਹ ਬਜ਼ੁਰਗਾਂ ਨੇ ਅਫਗਾਨਾਂ ਨੂੰ ਬਾਹਰ ਕੱਢਿਆ, ਅਤੇ ਸਦਾ ਦੇ ਲਈ ਫਿਰ ਇਹ ਅਫਗਾਨਿਸਤਾਨ ਵੱਲੋਂ ਕੋਈ ਵੀ ਹਮਲਾਵਰ ਪੰਜਾਬ ਦੇ ਵਿੱਚ ਨਹੀਂ ਜੀ ਆਇਆ ਹੈਗਾ। ਜੀ ਮਾਨ ਸਾਹਿਬ, ਆਹ ਜਿਹੜਾ ਇਤਿਹਾਸ ਤੁਸੀਂ ਦੱਸਿਆ, ਇਸ ਸ਼ਾਨਾਮਤੇ ਇਤਿਹਾਸ ਨੂੰ ਜਿਹੜਾ ਕਿ ਸਦੀਆਂ ਪਹਿਲਾਂ ਸੀਗਾ, ਅੱਜ ਦੀ ਡੇਟ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਬੇਅਦਬੀ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ, ਪਰ 2015 ਤੋਂ ਜੋ ਕੁਝ ਹੋਇਆ ਉਦੋਂ ਤੋਂ ਲੈ ਕੇ ਤੇ ਆ ਲਾਸਟ ਚੰਦ ਮਹੀਨੇ ਪਹਿਲਾਂ ਤੱਕ ਆਪਾਂ ਦੇਖੀਏ ਤੇ ਸ੍ਰੀ ਦਰਬਾਰ ਸਾਹਿਬ ਤੱਕ ਵੀ ਉਹ ਅਣਹੋਣੀਆਂ ਜਿਹੜੀਆਂ ਘਟਨਾਵਾਂ ਨੇ, ਉਹ ਮਾੜੀਆਂ ਘਟਨਾਵਾਂ ਜਾਂ ਉਹ ਮਾੜੇ ਅਨਸਰ ਜਿਹੜੇ ਉਹ ਪਹੁੰਚਣ ਲੱਗ ਪਏ। ਇਹ ਜੇ ਉਦੋਂ ਸਿੱਖ ਇੰਨੇ ਤਕੜੇ ਸੀ ਵੀ ਅਬਦਾਲੀ ਨੂੰ ਹੱਥ ਨਹੀਂ ਲਾਉਣ ਦਿੱਤਾ, ਤੇ ਫਿਰ ਹੁਣ ਕੀ ਹੋ ਗਿਆ ਕਿ 2015 ਤੋਂ ਕੰਟੀਨਿਊਸਲੀ ਉਹੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ, ਤੇ ਕੋਈ ਇਨਸਾਫ ਦੇ ਕੇ ਰਾਜ਼ੀ ਨਹੀਂ, ਕੋਈ ਦੇਖ ਕੇ ਰਾਜ਼ੀ ਨਹੀਂ ਵੀ ਹੋ ਕੀ ਰਿਹਾ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਸੰਧਵਾਲੀ ਸਾਹਿਬ, ਜਦੋਂ ਇਹ ਹਕੂਮਤ ਹਿੰਦੂਤਵਾ ਦੇ ਨਾਲ ਮਿਲ ਜੇ, ਜਿਵੇਂ ਬਾਦਲ ਸਾਹਿਬ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਉਹ ਚੀਫ ਮਿਨਿਸਟਰ ਸੀਗੇ, ਅੱਗੇ ਇਲੈਕਸ਼ਨ ਹੋਣੇ ਸੀਗੇ, ਅਤੇ ਬਾਦਲ ਸਾਹਿਬ ਚਾਹੁੰਦੇ ਸੀ ਪ੍ਰੇਮੀ ਸਰਸੇ ਵਾਲੇ ਰਾਮ ਰਹੀਮ ਦੀਆਂ ਵੋਟਾਂ ਅਸੀਂ ਲੈ ਲਈਏ। ਤਾਂ ਜਦੋਂ ਸਿੱਖੀ ਦੁਸ਼ਮਣਾਂ ਨਾਲ ਮਿਲ ਜਾਣ, ਫਿਰ ਇਹੋ ਜਿਹਾ ਕੰਮ ਤਾਂ ਰੁਕਦਾ ਨਹੀਂ ਹੈਗਾ। ਅਤੇ ਅਸੀਂ ਤਾਂ ਬੜੀ ਐਫਰਟ ਕੀਤੀ ਹੈ। ਹੁਣ 220 ਦਿਨਾਂ ਤੋਂ ਅਸੀਂ ਬਰਗਾੜੀ ਮੋਰਚੇ ਦੇ ਵਿੱਚ ਬੈਠੇ ਹਾਂ, ਅਤੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਇਹ ਇੱਕ ਕਹਾਵਤ ਹੈ ਇਸ ਇਤਿਹਾਸ ਦੀ, ਰਾਜ ਬਿਨਾਂ ਨਾ ਧਰਮ ਚਲੇ ਹੈ। ਅਤੇ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ, ਸੰਧੂ ਸਾਹਿਬ, ਇਹ ਸੰਧਮਾਲੀਆ ਸਾਹਿਬ, ਜਿਵੇਂ ਮੁਸਲਮਾਨ ਦਾ ਪਾਕਿਸਤਾਨ 'ਤੇ ਹੈ, ਹਿੰਦੂ ਦਾ ਇੱਥੇ ਇੰਡੀਆ ਦੇ ਵਿੱਚ ਹੈ, ਉਹਨਾਂ ਚਿਰ ਇੰਨੀ ਸੁਰੱਖਿਅਤਾ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਰੀਏ ਬਗੈਰ ਰਾਜ ਤੋਂ, ਇਹ ਮੈਨੂੰ ਮੁਸ਼ਕਿਲ ਲੱਗਦੀ ਹੈ। ਪਰ ਦੇਖੋ ਤਾਂ ਵੀ ਇਹ ਸਿੱਖ ਲੜ ਰਹੇ ਹੈ, ਸ਼ਹੀਦੀਆਂ ਵੀ ਪਾ ਰਹੇ ਹੈ, ਅਤੇ ਸਾਹਮਣਾ ਵੀ ਕਰ ਰਹੇ ਹੈ, ਅਤੇ ਜੇਲ੍ਹਾਂ ਦੇ ਵਿੱਚ ਵੀ 25-25 ਸਾਲਾਂ ਦੇ ਬੈਠੇ ਹੈ। ਇਸੇ ਲੜਾਈ ਦੇ ਵਿੱਚ ਅਸੀਂ ਸਾਡਾ ਇਰਾਦਾ ਕਮਜ਼ੋਰ ਨਹੀਂ ਹੋਇਆ, ਬਲਕਿ ਸਾਡੀ ਜਿਹੜੀ ਸ਼ਕਤੀ ਹੈ ਉਹ ਕਮਜ਼ੋਰ ਹੋ ਸਕਦੀ ਹੈ। ਪਰ ਸਾਡਾ ਇਰਾਦਾ ਉਸੇ ਤਰ੍ਹਾਂ ਹੀ ਹੈ ਜਿਵੇਂ ਪੁਰਾਤਨ ਸਿੰਘਾਂ ਦਾ ਸੀਗਾ ਕਿ ਅਸੀਂ ਮਰ ਜਾਈਏ, ਸਾਡੇ ਗੁਰੂ ਨੂੰ ਨਾ ਕਿਸੇ ਤਰ੍ਹਾਂ ਚੋਟ ਲੱਗੇ ਜਾਂ ਨੁਕਸਾਨ ਹੋਏ। ਹੁਣ 328
ਜਿਹੜੀਆਂ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਹੈ ਉਹ SGPC ਨੇ ਵੇਚਦੇ ਹੈ, ਕਰਦੇ ਹੈ, ਕੀ ਪਤਾ। ਹੁਣ 11 ਸਾਲ ਤੋਂ SGPC ਦੀਆਂ ਵੋਟਾਂ ਨਹੀਂ ਹੋ ਰਹੀਆਂ ਅਤੇ ਬਾਦਲ ਦਰੀਏ ਮਹੰਤ ਬਣ ਕੇ ਉੱਥੇ ਬੈਠੇ ਹੋਏ ਹੈ। ਹੁਣ ਸਾਡੀ ਪਾਵਰ ਤੋਂ ਬਾਹਰ ਹੈ ਕਿ ਅਸੀਂ ਆਪਣੀ ਪਾਰਲੀਮੈਂਟ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀਗੀ ਉਹਦੇ ਇਲੈਕਸ਼ਨ ਕਰਾ ਲਈਏ, ਕਿਉਂ ਕਰਕੇ ਇਹ ਸਾਰਾ ਜਿਹੜਾ ਸਿਲਸਿਲਾ ਹੈ ਇਹ ਸੈਂਟਰ ਹਿੰਦੂਤਵਾ ਦੇ ਹੱਥ ਦੇ ਵਿੱਚ ਹੈ ਅਤੇ ਕਿਸੇ ਪਾਰਲੀਮੈਂਟ ਦੇ ਇਲੈਕਸ਼ਨ ਨਾ ਕਰਾਉਣਾ ਅਤੇ ਗੈਰ ਜਮਹੂਰੀਅਤ ਤਰੀਕੇ ਦੇ ਨਾਲ ਇੱਕ ਘੱਟ ਗਿਣਤੀ ਸਿੱਖਾਂ ਦੇ ਨਾਲ ਵਰਤਾਓ ਹੋਣਾ, ਮੈਂ ਸਮਝਦਾ ਇਹ ਜ਼ਬਰ ਹੈਗਾ ਅਤੇ ਇਹਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਨੂੰ ਚੱਕਣਾ ਚਾਹੀਦਾ ਅਤੇ ਅਸੀਂ ਚੱਕ ਰਹੇ ਹਾਂ। ਅਤੇ ਅਸੀਂ ਜਿਹੜੀ ਅਮਰੀਕਾ ਦੀ ਇੰਟਰਨੈਸ਼ਨਲ ਕਮਿਸ਼ਨ ਆਫ ਰਿਲੀਜੀਅਸ ਰਾਈਟਸ ਹੈ, ਐਮਨੈਸਟੀ ਇੰਟਰਨੈਸ਼ਨਲ ਹੈ, ਸਾਰਿਆਂ ਕੋਲੇ ਅਸੀਂ ਗੱਲ ਪਹੁੰਚਾਈ ਹੈ ਅਤੇ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਬੂਟਾ ਸਿੰਘ ਅਮਰੀਕਾ ਦੇ ਵਿੱਚ ਹੈ ਉਹ ਆਪ ਸਟੇਟ ਡਿਪਾਰਟਮੈਂਟ ਦੇ ਵਿੱਚ ਇਹ ਸਾਰੀ ਪ੍ਰੈਜੈਂਟੇਸ਼ਨ ਦੇ ਕੇ ਆਏ ਹੈ ਕਿ ਸਾਡਾ ਮਜ਼ਹਬ ਅਤੇ ਸਾਡੀ ਕੌਮ ਖਤਰੇ ਦੇ ਵਿੱਚ ਹੈਗੀ ਹੈ। ਨਾਓ ਇਟ ਡਿਪੈਂਡਸ ਔਨ ਦ ਇੰਟਰਨੈਸ਼ਨਲ ਕਮਿਊਨਿਟੀ ਟੂ ਆਲਸੋ ਪਲੇ ਇਟਸ ਪਾਰਟ, ਕਿਉਂ ਕਰਕੇ ਸਿੱਖਸ ਆਰ ਸਟੇਟਲੈਸ ਮਾਈਨੋਰਿਟੀ ਇਨ ਇੰਡੀਆ ਐਂਡ ਸਾਡੇ ਉੱਥੇ ਬਹੁਤ ਜ਼ਬਰ ਹੋ ਰਿਹਾ ਹੈ। ਇਸੇ ਕਰਕੇ ਅਸੀਂ ਅੱਜ ਫੀਲਡ ਦੇ ਵਿੱਚ ਹੈਗੇ ਹਾਂ, ਨਹੀਂ ਤਾਂ ਮੈਨੂੰ ਲੋੜ ਨਹੀਂ ਸੀਗੀ ਕਿ ਇਸ ਉਮਰ ਦੇ ਵਿੱਚ ਮੈਂ ਇਹ ਬਾਹਰ ਨਿਕਲਾਂ ਅਤੇ ਫਿਰ ਇਹ ਮੈਦਾਨ ਜੰਗ ਦੇ ਵਿੱਚ ਆਵਾਂ। ਬਿਲਕੁਲ ਸਹੀ। ਇੱਕ ਮਾਨ ਸਾਹਿਬ, ਪਿਛਲੇ ਦਿਨੀਂ ਤੁਸੀਂ ਨੋਟਿਸ ਕੀਤਾ ਹੋਣਾ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਜੀ ਸ਼੍ਰੋਮਣੀ ਅਕਾਲੀ ਦਲ ਦਾ। ਉੱਥੇ ਚਰਚਾ ਇਹੀ ਕੀਤੀ ਜਾਂਦੀ ਹੈ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਜੀ ਉਹਨਾਂ ਦਾ ਇਨਸਾਫ ਮਿਲਿਆ ਨਹੀਂ, ਅਤੇ ਜਦੋਂ ਦਰਬਾਰ ਸਾਹਿਬ ਵਾਲੀ ਘਟਨਾ ਵਾਪਰੀ ਸੀ ਉਹਨੂੰ ਵੀ ਉਹਦੇ ਨਾਲ ਜੋੜਿਆ ਜਾਂਦਾ। ਅਤੇ ਉਸ ਤੋਂ ਬਾਅਦ ਉੱਥੇ ਜਥੇਦਾਰ ਸਾਹਿਬ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਵੀ ਜਿਹੜੀ ਇਸ ਵਕਤ ਸਿੱਖ ਕੌਮ ਹੈ ਜੀ ਉਹਨੂੰ ਖਿਆਲ ਰੱਖਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਨੁਮਾਇੰਦਾ ਜਮਾਤ ਹੈ ਅਤੇ ਬਾਕੀ ਵਾਲੇ ਪਾਸੇ ਤੋਂ ਸਾਰਾ ਤੋਂ ਆਪਾਂ ਨੂੰ ਉਹਦੇ ਤੋਂ ਬਚਣਾ ਚਾਹੀਦਾ। ਫਿਰ ਥੋੜ੍ਹੇ ਦਿਨ ਗੁਜ਼ਰਦੇ ਨੇ ਅਤੇ ਜਿਹੜੇ ਮੌਜੂਦਾ SGPC ਪ੍ਰਧਾਨ ਨੇ ਧਾਮੀ ਸਾਹਿਬ ਉਹ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਕਿ ਜਿਹੜੇ ਲੋਕ ਜਾਂ ਜਿਹੜੇ ਸਿੱਖ BJP ਜਾਂ ਇਸ ਤਰ੍ਹਾਂ ਹੋਰਨਾਂ ਪਾਰਟੀਆਂ 'ਚ ਜਾਂ ਚਲੇ ਗਏ ਨੇ ਜਾਂ RSS ਨਾਲ ਲਿੰਕਡ ਨੇ, ਉਹ ਇੱਕ ਤਰ੍ਹਾਂ ਨਾਲ ਪੰਥ ਦੇ ਦੋਖੀ ਨੇ ਅਤੇ ਇਹਨਾਂ ਤੋਂ ਪੰਥ ਨੂੰ ਖਤਰਾ ਹੈ। ਹੁਣ ਉਹ ਵਾਲੀ ਜਿਹੜੀ ਧਿਰ ਹੈ ਉਹ ਆਪਣੇ ਆਪ ਨੂੰ ਨੁਮਾਇੰਦਾ ਜਮਾਤ ਕਹਿੰਦੀ ਹੈ ਜੀ ਸਿੱਖਾਂ ਦੀ, ਪਰ ਤੁਸੀਂ ਜਿੱਦਾਂ ਹੁਣੇ ਜ਼ਿਕਰ ਕੀਤਾ ਜੀ ਵੀ ਉਹ ਖੁਦ ਰਲੇ ਹੋਏ ਨੇ। ਇਹ ਜਿਹੜਾ ਇੱਕ ਐਸਾ ਸਮੰਜਸ ਬਣ ਜਾਂਦਾ ਲੋਕਾਂ ਦੇ ਲਈ, ਖਾਸ ਕਰਕੇ ਸਿੱਖ ਕੌਮ ਦੇ ਲਈ, ਕਿ ਵੀ ਅਸੀਂ ਹੁਣ ਸਹੀ ਕਿਹਨੂੰ ਮੰਨੀਏ, ਇਹਨੂੰ ਕਿਵੇਂ ਨਿਤਾਰ ਕੇ ਦੇਖਿਆ ਜਾ ਸਕਦਾ? ਕੋਈ ਹੱਲ, ਕੋਈ ਰਾਹ ਰਸਤਾ, ਕੋਈ ਢੰਗ ਤਰੀਕਾ ਤੁਸੀਂ ਸਮਝਾ ਸਕੋ। ਸੰਦਨ ਵਾਲੇ ਸਾਹਿਬ, ਤੁਸੀਂ ਇੱਕ ਬਹੁਤ ਅੱਛੇ ਲਰਨਡ ਜਰਨਲਿਸਟ ਹੋ। ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਨ੍ਹਾਂ ਨੂੰ SGPC ਨੇ ਉੱਥੇ ਸਥਾਪਿਤ ਕੀਤਾ ਉਹ ਇਹੋ ਜਿਹੇ ਬਿਆਨ ਦੇ ਰਹੇ ਹੈ ਕਿ ਇਹ ਨੁਮਾਇੰਦਗੀ ਕਰਦੀ ਹੋਈ ਪਾਰਟੀ ਹੈ, ਜਦੋਂ 11 ਸਾਲ ਤੋਂ ਇਲੈਕਸ਼ਨ ਹੀ SGPC ਦੇ ਨਹੀਂ ਹੋਏ ਅਤੇ ਜਥੇਦਾਰ ਸਾਹਿਬ ਨੂੰ ਉੱਥੇ ਜਥੇਦਾਰੀ ਸਥਾਪੀ ਗਈ ਹੈ, ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਮੈਂ ਲੀਗਲੀ ਅਤੇ ਪੋਲੀਟੀਕਲੀ ਅਤੇ ਡੈਮੋਕ੍ਰੈਟਿਕਲੀ ਜਥੇਦਾਰ ਹੈਗਾ ਕਿ ਨਹੀਂ। ਜਦੋਂ ਇਹਨਾਂ ਨੂੰ ਇੰਨੀ ਸਮਝ ਨਹੀਂ, ਮਹੰਤਾਂ ਵਰਗਣ ਕਬਜ਼ੇ ਕੀਤੇ ਹੋਏ ਆ ਜਬਰਨ, ਤਾਂ ਫਿਰ ਇਹੋ ਜਿਹੀਆਂ ਗੱਲਾਂ ਕਰਨ ਕਿ ਇਹ ਅਸੀਂ ਨੁਮਾਇੰਦਗੀ ਜਾਤ ਹੈ, ਬੋਡੀ ਹੈ, ਤਾਂ ਮੈਂ ਤਾਂ ਸਮਝਦਾ ਕਿ ਇਹ ਇੰਨੇ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਨੂੰ ਐਂ ਦੱਸਣਾ ਇਹ ਤਾਂ ਬਹੁਤ ਗਲਤ ਗੱਲ ਹੈ। ਅਤੇ ਇਹਦਾ ਨਿਰਣਾ ਐਤਕੀ ਇਲੈਕਸ਼ਨਾਂ ਦੇ ਵਿੱਚ ਨਿਕਲਣਾ ਚਾਹੀਦਾ ਕਿ ਇਹ ਜਿਹੜੇ ਲੋਕ ਹੈ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਦਰਬਾਰ ਸਾਹਿਬ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ, SGPC ਦੇ ਉੱਤੇ, ਅਤੇ ਇਹਦੇ ਉੱਤੇ ਨਿਰਣਾ ਲੋਕ ਕਰਨ ਕਿ ਇਹਨਾਂ ਨੇ ਸਾਡੀ ਜਮਹੂਰੀਅਤ ਦੇ ਉੱਤੇ ਛਾਪਾ ਕਿਉਂ ਮਾਰਿਆ ਹੈ ਅਤੇ ਜਬਰਨ BJP ਅਤੇ RSS ਦੀ ਤਾਕਤ ਦੇ ਨਾਲ ਸਾਡੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ ਇਹਨਾਂ ਨੇ, ਅਤੇ ਉਹਦੇ ਵਿੱਚੋਂ ਆਪਣਾ ਖਰਚਾ ਚਲਾਉਂਦੇ ਆ। ਇਹਨਾਂ ਨੂੰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਇਹ ਚਲੋ ਮੈਂ ਨਹੀਂ ਕਹਿੰਦਾ, ਪਰ ਇਹਨਾਂ ਨੂੰ ਕੁਛ ਨਾ ਕੁਛ ਤਾਂ ਇਹਨਾਂ ਨੂੰ ਤਕਲੀਫ ਇਹਨਾਂ ਦੀ ਜ਼ਮੀਰ ਨੂੰ ਹੋਣੀ ਚਾਹੀਦੀ ਹੈ। ਅੱਛਾ ਮਾਨ ਸਾਹਿਬ, ਇੱਕ ਗੱਲ ਇਹ ਵੀ ਆ ਕਿ ਵੀ ਆ ਜਿਹੜਾ ਪਿਛਲਾ ਸਮਾਂ ਸੀਗਾ ਖਾਸ ਕਰਕੇ ਕਿਸਾਨੀ ਅੰਦੋਲਨ ਵਾਲਾ, ਉਦੋਂ ਜਦੋਂ ਉਹ ਸਾਲ ਸਵਾ ਸਾਲ ਉਹ ਸਾਰਾ ਕੁਛ ਚੱਲਿਆ ਅਤੇ ਉਦੋਂ ਹੈ ਤਾਂ ਉਹ ਆਮ ਕਿਸਾਨਾਂ ਦੀ ਲੜਾਈ ਸੀ, ਪਰ ਉਹਨੂੰ ਪ੍ਰਚਾਰਿਆ ਗਿਆ ਜੀ ਕਿ ਵੀ ਇਹ ਅੱਤਵਾਦੀ ਨੇ, ਅਤੇ ਖਾਸ ਕਰਕੇ ਸ਼ਬਦ ਵਰਤਿਆ ਖਾਲਿਸਤਾਨੀ। ਉਸ ਸ਼ਬਦ ਨੂੰ ਵਰਤੇ ਜਾਣ 'ਤੇ ਤੁਸੀਂ ਵੀ ਬੜੀ ਵਾਰ ਇਤਰਾਜ਼ ਪ੍ਰਗਟ ਕੀਤਾ।
ਉਹ ਜਿਹੜੀ ਲੜਾਈ ਦੇ ਦੌਰਾਨ ਇਸ ਚੀਜ਼ ਨੂੰ ਇੱਧਰ ਜੋੜਿਆ ਜਾਂਦਾ ਸੀਗਾ, ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਜਿਹੜੇ ਸਾਡੇ ਕਾਮਰੇਡ ਵੀਰ ਸੀਗੇ ਉਸ ਜਦੋਜਹਿਦ ਦੇ ਵਿੱਚ, ਉਹਨਾਂ ਨੂੰ ਇਸ ਗੱਲ ਦੀ ਖਾਲਿਸਤਾਨ ਦੀ ਤਕਲੀਫ ਸੀ, ਸੰਦਨਵਾਲੀਆ ਸਾਹਿਬ, ਜਦ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਕਿ ਖਾਲਿਸਤਾਨ ਪਹਿਲਾਂ 1943 ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸੈਕਟਰੀ ਹਰਕਿਸ਼ਨ ਸਿੰਘ ਸੁਰਜੀਤ ਨੇ ਇੱਕ ਪੇਪਰ ਲਿਖਿਆ ਸੀਗਾ, ਜਿਹਦੇ 'ਚ ਕਮਿਊਨਿਸਟ ਪਾਰਟੀ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਖਾਲਿਸਤਾਨ ਚਾਹੀਦਾ। 1946 ਦੇ ਵਿੱਚ ਜਦੋਂ ਗੱਡੀ ਪਲੇਟਫਾਰਮ 'ਤੇ ਆ ਗਈ ਸੀ, ਉਦੋਂ ਸਾਡੀ SGP ਨੂੰ ਸੁਰਤ ਆਈ ਅਤੇ ਬਹੁ ਗਿਣਤੀ ਦੇ ਨਾਲ, ਸਰਬਸੰਮਤੀ ਦੇ ਨਾਲ ਫਿਰ SGPC ਨੇ 1946 ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਕੀਤਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮਤਾ ਤਾਂ ਕਾਮਰੇਡਾਂ ਨੇ ਖਾਲਿਸਤਾਨ ਦਾ ਪਾਇਆ, ਤਾਂ ਫਿਰ ਇਹਨਾਂ ਨੂੰ ਤਕਲੀਫ ਕਾਹਦੀ ਹੋ ਗਈ ਜਦੋਂ 1947 'ਚ ਇਹ ਸਾਰੇ ਹਿੰਦੂਤਵਾ ਲੀਡਰਸ ਦੇ ਨਾਲ ਘਿਓ ਖਿਚੜੀ ਹੋ ਗਏ, ਨਮੂਦਰੀ ਪਦ ਨਾਲ, ਬਾਸੂ ਨਾਲ, ਗੁਪਤੇ ਨਾਲ, ਇਹਨਾਂ ਸਾਰੇ ਕਾਮਰੇਡਾਂ ਨੂੰ ਇਹਨਾਂ ਨੇ ਜੱਫੀਆਂ ਪਾ ਲਈਆਂ। ਪਰ ਹੁਣ ਇਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਇਹਨਾਂ ਨੇ ਬੰਦੂਕਾਂ, ਇਹ ਕਹਿੰਦੇ ਤਾਂ ਹੈਗੇ ਕਿ ਅਸੀਂ ਇਨਕਲਾਬੀ ਲੋਕ ਹੈ, ਪਰ 1984 ਤੋਂ ਬਾਅਦ ਇਹਨਾਂ ਨੇ ਤਾਂ ਬੰਦੂਕਾਂ ਸਿੱਖਾਂ ਦੇ ਖਿਲਾਫ ਸਰਕਾਰ ਦੀਆਂ ਫੜ ਲਈਆਂ ਸੀਗੀਆਂ। ਸੋ ਮੈਂ ਇਹਨਾਂ ਦੀ ਨਿੰਦਿਆ ਨਹੀਂ ਕਰਦਾ, ਕਿਉਂ ਕਰਕੇ ਇਹ ਤਾਂ ਆਪਣੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦੇ। ਹੁਣ ਜਿੱਥੇ ਛੱਤੀਸਗੜ੍ਹ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਅਤੇ ਬਿਹਾਰ, ਝਾਰਖੰਡ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਅਸੀਂ ਨਕਸਲਾਈਟ ਮਾਰੇ ਹੈ, ਅਸੀਂ ਮਾਓਵਾਦੀ ਮਾਰੇ ਹੈ, ਉਹ ਅਸਲੀ ਆਦਿਵਾਸੀ ਲੋਕ ਹੈ। ਅਤੇ ਇਹ ਤਾਂ ਉਹਨਾਂ ਦੇ ਹੱਕ ਦੇ ਵਿੱਚ ਵੀ ਨਹੀਂ ਬੋਲਦੇ ਹੈਗੇ ਕਾਮਰੇਡ ਪਾਰਟੀਆਂ ਕਿ ਨਕਸਲਾਈਟ ਕਹਿ ਕੇ ਅਤੇ ਮਾਓਵਾਦੀ ਕਹਿ ਕੇ ਉੱਥੇ ਆਦਿਵਾਸੀ ਲੋਕ ਜਿਹੜੇ ਜੰਗਲਾਂ 'ਚ ਰਹਿੰਦੇ ਹੈ, ਜਿਹੜੀ ਜੰਗਲਾਂ ਦੀ ਰੱਖਿਆ ਕਰਨਾ ਚਾਹੁੰਦੇ ਹੈ, ਬਿਗ ਬਿਜ਼ਨਸਮੈਨ ਨੂੰ ਉੱਥੇ ਆਉਣ 'ਤੇ ਇਤਰਾਜ਼ ਕਰਦੇ ਹੈ, ਇਹ ਤਾਂ ਕਦੇ ਉਹਨਾਂ ਨੂੰ ਖੰਡਨ ਨਹੀਂ ਕਰਦੇ ਹੈਗੇ ਜਿਹੜੇ ਇਹ ਕਹਿ ਕੇ ਕਿ ਨਕਸਲਾਈਟ ਅਤੇ ਮਾਓਵਾਦੀ ਮਾਰੀ ਜਾਂਦੀ ਹੈ ਸਰਕਾਰ। ਇਹਨਾਂ ਦਾ ਹੁਣ ਦੱਸੋ ਕੀ ਕਰੋਗੇ ਤੁਸੀਂ? ਬਿਲਕੁਲ ਠੀਕ। ਇਹਦੇ 'ਚ ਮਾਨ ਸਾਹਿਬ ਤੁਸੀਂ ਇਹ ਵੀ ਦੇਖਦੇ ਹੋ ਕਿ ਵੀ ਚਲੋ ਸ਼ਬਦ ਤੁਸੀਂ ਆ ਵਧੀਆ ਕੀਤਾ, ਦੱਸਤਾ ਵੀ ਉਹ ਕਿੱਥੋਂ ਆਇਆ ਸੀ, ਪਰ ਹੌਲੀ ਹੌਲੀ ਹੁਣ ਹਰੇਕ ਦੇ ਉੱਪਰ ਹੀ ਉਸ ਚੀਜ਼ ਨੂੰ ਪ੍ਰਚਾਰ ਦਿੱਤਾ ਜਾਂਦਾ ਵੀ ਜਿਹੜਾ ਕਿਹੜਾ ਵੀ ਕਿਸੇ ਤਰ੍ਹਾਂ ਕੋਈ ਇਤਰਾਜ਼ ਹੋਵੇ ਅਤੇ ਉੱਧਰੋਂ ਕਿਹਾ ਜਾਂਦਾ ਜੀ ਇਹ ਤਾਂ ਖਾਲਿਸਤਾਨੀ ਹੈ। ਇਹ ਇਹਨਾਂ ਸ਼ਬਦ ਜਿਹੜਾ ਹੈ ਉਹਨੂੰ ਇਸ ਤਰ੍ਹਾਂ ਕਿਉਂ ਪ੍ਰਚਾਰਿਆ ਜਾਂਦਾ ਵੀ ਬੜਾ ਡਰਾਵਣਾ ਬਣਾਤਾ ਗਿਆ? ਬਿਲਕੁਲ ਡਰਾਉਣਾ ਨਹੀਂ ਕੀਤਾ ਜੀ। ਅਸੀਂ ਸੁਪਰੀਮ ਕੋਰਟ ਤੋਂ ਆਰਡਰ ਲਏ ਹੈ ਕਿ ਅਸੀਂ ਖਾਲਿਸਤਾਨ ਕਹਿ ਸਕਦੇ ਹਾਂ, ਕਾਨਫਰੰਸ ਕਰ ਸਕਦੇ ਹਾਂ, ਡਿਬੇਟ ਕਰ ਸਕਦੇ ਹਾਂ, ਰਾਈਟਿੰਗ ਦੇ ਵਿੱਚ ਲੈ ਕੇ ਆ ਸਕਦੇ ਹਾਂ। ਪਰ ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਇੰਡੀਆ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੂੰ ਕਿਹਾ ਕਿ ਉੱਥੇ ਖਾਲਿਸਤਾਨੀ ਹੈਗੇ ਕੈਨੇਡਾ ਦੇ ਵਿੱਚ। ਹੁਣ ਗੱਲ ਇਹ ਹੈ ਕਿ ਇੰਡੀਆ ਨੇ ਸਾਰੇ ਜਿੰਨੇ ਵੀ ਕਾਉਂਸਲੇਟਸ ਇੰਡੀਆ ਦੇ ਕੈਨੇਡਾ ਦੇ ਵਿੱਚ ਹੈਗੇ, ਇਹਨਾਂ ਦਾ ਹਾਈ ਕਮਿਸ਼ਨ ਹੈ, ਉੱਥੇ ਬੜੀ ਤਕੜੀ ਇਹਨਾਂ ਦੇ ਏਜੰਟਸ ਰॉ ਅਤੇ IB ਦੇ ਲੱਗੇ ਹੋਏ ਹੈ ਅਤੇ ਇਹ ਬਹੁਤ ਕਲੋਸਲੀ ਦੇਖਦੇ ਹੈ ਹਰੇਕ ਗੁਰਦੁਆਰੇ ਦੇ ਵਿੱਚ ਕਿ ਉੱਥੇ ਕੀ ਪ੍ਰਚਾਰ ਹੁੰਦਾ, ਕੀ ਨਹੀਂ ਹੁੰਦਾ। ਮੈਂ ਤਾਂ ਕੈਨੇਡਾ ਦੀ ਵੀ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਤੁਸੀਂ ਇੱਕ ਬਾਦਸ਼ਾਹੀ ਹੈਗੇ ਹੋ, ਸੋਵਰਨ ਕੰਟਰੀ ਹੋ, ਤੁਸੀਂ ਇਹੋ ਜਿਹੀ ਇੰਟਰਫੇਰੈਂਸ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਹਿੰਦੂਤਵਾ ਸਰਕਾਰ ਤੋਂ ਕਿਉਂ ਹੋਣ ਦਿੰਦੇ ਹੋ? ਮੇਰਾ ਮਤਲਬ ਇਹਦਾ ਜਵਾਬ ਖਾਲਿਸਤਾਨੀ ਜੇ ਹੈਗੇ ਹੈ, ਇਹ ਤਾਂ ਕੈਨੇਡਾ ਜਵਾਬ ਦੇਵੇ ਜਿਹੜਾ ਡੈਮੋਕ੍ਰੈਟਿਕ ਕੰਟਰੀ ਹੈ। ਅਤੇ ਜੇ ਸੁਪਰੀਮ ਕੋਰਟ ਨੇ ਕਹਿਤਾ ਕਿ ਖਾਲਿਸਤਾਨ ਕਹਿਣਾ ਕੋਈ ਅਪਸ਼ਬਦ ਨਹੀਂ ਹੈ, ਨਾ ਇਹਦੇ 'ਤੇ ਕੋਈ ਪਾਬੰਦੀ ਲੱਗ ਸਕਦੀ ਹੈ, ਅਤੇ ਫਿਰ ਇੰਡੀਅਨ ਗਵਰਨਮੈਂਟ ਨੂੰ ਪਤਾ ਨਹੀਂ ਕੀ ਤਕਲੀਫ ਹੋ ਰਹੀ ਹੈ। ਅਤੇ ਇਹਦਾ ਇਹ ਸਿੱਖ ਰਲ ਕੇ ਕਿਉਂ ਨਹੀਂ ਜਵਾਬ ਦਿੰਦੇ ਹੈਗੇ? ਅਤੇ ਕੈਨੇਡਾ ਦੇ MPs ਵੀ ਹੈਗੇ ਆ, ਉਹ ਵੀ ਚੁੱਪ ਕਰਕੇ ਉਹਨਾਂ ਨੇ ਇਹ ਬੁੱਲਾਂ ਦੇ ਉੱਤੇ ਆਪਣੀ ਉਂਗਲ ਰੱਖੀ ਹੋਈ ਹੈ ਕਿ ਬੋਲਣਾ ਹੀ ਨਹੀਂ। ਉੱਥੇ ਨਾ ਬੋਲਣ ਦੇ ਲਈ ਪਾਰਲੀਮੈਂਟ 'ਚ ਗਏ ਹੋਏ ਆ, ਉਹਨਾਂ ਨੂੰ ਪੁੱਛੋ ਤੁਸੀਂ। ਜੀ ਮਾਨ ਸਾਹਿਬ, ਇੱਕ ਚੀਜ਼ ਜਿੱਦਾਂ ਤੁਸੀਂ ਸ਼ਬਦ ਵਰਤਦੇ ਹੋ ਵਾਰ-ਵਾਰ, ਹਿੰਦੂਤਵ, ਜਦੋਂ ਆਪਾਂ ਹਿੰਦੂਤਵ ਸ਼ਬਦ ਵਰਤਦੇ ਹਾਂ ਅਤੇ ਇਹਦੇ ਲਈ ਜਿਹੜਾ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਨੇ, ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹਿੰਦੂ ਭਾਈਚਾਰਾ ਰਹਿੰਦਾ, ਜਿੱਥੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਉੱਥੇ ਵੀ ਹੋਏਗਾ ਜੀ, ਤੁਹਾਡੇ ਵੋਟਰ ਵੀ ਹੋਣਗੇ।
ਇਹ ਹਿੰਦੂ ਭਾਈਚਾਰਾ ਤੇ ਹਿੰਦੂਤਵ ਦੇ ਵਿੱਚ ਕੋਈ ਫਰਕ ਆ ਜਾਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੈਨੂੰ ਇਹ ਸੀ ਕਿ ਇਹ ਸ਼ਬਦ ਤੁਸੀਂ ਵਾਰ-ਵਾਰ ਵਰਤ ਰਹੇ ਹੋ, ਆਪਾਂ ਉਹਨੂੰ ਜ਼ਰੂਰ ਕਲੈਰੀਫਾਈ ਕਰ ਦਈਏ ਜੀ। ਸੰਧੂ ਪਾਂਡੀਆ ਸਾਹਿਬ, ਹੁਣ ਹਿੰਦੁਤਵਾ ਇਹ ਬਹੁਤ ਵਰਤਿਆ ਗਿਆ ਸ਼ਬਦ ਹੈ ਅੰਗਰੇਜ਼ੀ ਅਖਬਾਰਾਂ ਦਾ, ਹਿੰਦੂ ਪ੍ਰੈਸ ਦਾ, ਹਿੰਦੂ ਸਰਕਾਰ ਦਾ, ਤੇ ਅੱਜ ਹਿੰਦੁਤਵਾ ਦਾ ਰਾਜ ਹੈ ਜਿਹੜਾ ਸਿੱਖਾਂ ਨੇ ਕਿਸੇ ਵੀ ਕੌਮ ਦਾ ਰਾਜ ਬਰਦਾਸ਼ਤ ਨਹੀਂ ਕੀਤਾ ਆਪਣੇ ਇਤਿਹਾਸ ਦੇ ਵਿੱਚ। ਨਾ ਹੀ ਤਾਂ ਮੁਗਲਾਂ ਦਾ ਕੀਤਾ, ਨਾ ਅਫਗਾਨਾਂ ਦਾ ਕੀਤਾ, ਨਾ ਅੰਗਰੇਜ਼ਾਂ ਦਾ ਕੀਤਾ, ਤੇ ਹੁਣ ਅਸੀਂ ਹਿੰਦੁਤਵਾ ਦੇ ਰਾਜ ਨੂੰ ਬਰਦਾਸ਼ਤ ਨਹੀਂ ਕਰਦੇ। ਅਸੀਂ ਇੱਕ ਸਿਊ ਜੈਨਰਸ ਸੋਵਰਨ ਸਿੱਖਸ ਹੈਗੇ ਹੈ, ਆਪਣੀ ਕਿਸਮ ਦੀ ਸਾਡੇ ਵਿੱਚ ਸੋਵਰਨਟੀ ਹੈ ਤੇ ਬਾਦਸ਼ਾਹੀ ਹੈ। ਅਸੀਂ ਕਦੇ ਦੂਜੇ ਰਾਜ ਨੂੰ ਕਦੇ ਮੰਨਿਆ ਨਹੀਂ ਹੈ। ਇਸ ਕਰਕੇ ਹਿੰਦੂ ਹੈਗੇ ਹੈ, ਇਹਨਾਂ ਦੀ ਅਸੀਂ ਸੇਵਾ ਕਰਦੇ ਹਾਂ, ਸਾਡੇ ਭਰਾ ਹੈ, ਸਾਰਾ ਕੁਛ ਹੈ, ਪਰ ਅਸੀਂ ਕਿਸੇ ਮੁਗਲ ਦਾ, ਅਫਗਾਨ ਦਾ, ਅੰਗਰੇਜ਼ ਦਾ ਹਿੰਦੁਤਵਾ, ਹਿੰਦੂ ਰਾਸ਼ਟਰ ਦਾ ਰਾਜ ਅਸੀਂ ਟੋਲਰੇਟ ਬਰਦਾਸ਼ਤ ਨਹੀਂ ਕਰਦੇ। ਦੈਟ ਇਜ਼ ਸਿੰਪਲ। ਇਹ ਤੋਂ ਜ਼ਿਆਦਾ ਹੁਣ ਮੈਥੋਂ ਕੀ ਕਹਾਉਣਾ ਹੈਗਾ ਕਿ ਇਹ ਤਾਂ ਸਾਡੇ ਜਿਹੜੇ ਜੀਨਸ ਨੇ, ਉਹਨਾਂ ਨੂੰ ਜਾ ਕੇ ਖੋਜ ਕਰੋ ਕਿ ਇਹ ਸਿੱਖ ਕਿਉਂ ਚਿੜਦੇ ਆ ਦੂਜੇ ਦੇ ਰਾਜ 'ਤੇ। ਜੀ ਮਾਨ ਸਾਹਿਬ, ਮੈਂ ਦੁਬਾਰਾ ਆਵਾਂ ਬੀਜੇਪੀ ਤੇ ਉਹਦੇ 'ਚ ਜਿਹੜੇ ਐਤਕੀ ਸਿੱਖ ਚਿਹਰੇ ਗਏ ਨੇ, ਖਾਸ ਕਰਕੇ ਜੇ ਆਪਾਂ ਵੱਡੇ ਚਿਹਰੇ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਰਹੇ ਨੇ 4.5 ਸਾਲ ਪੰਜਾਬ ਦੇ। ਚਲੋ ਰਿਸ਼ਤੇਦਾਰੀ ਵਾਲੇ ਪਾਸੇ ਮੈਂ ਜਾਂਦਾ ਨਹੀਂ, ਪਰ ਹੁਣ ਜਿੱਦਾਂ ਉਹਨਾਂ ਨੇ ਰੱਖੀ ਤਾਂ ਚਲੋ ਪਾਰਟੀ ਆਪਣੀ ਵੱਖਰੀ ਹੈ, ਪਰ ਹੈਗੇ ਤਾਂ ਬੀਜੇਪੀ ਗੱਠਜੋੜ 'ਚ ਨੇ। ਉਹਨਾਂ ਦਾ ਬਿਆਨ ਵੀ ਸੀਗਾ ਕੱਲ੍ਹ ਪਰਸੋਂ ਕਿ ਮੋਦੀ ਸਾਹਿਬ ਬਹੁਤ ਕਾਬਲ ਪ੍ਰਧਾਨ ਮੰਤਰੀ ਨੇ। ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਸਾਹਿਬ ਵੀ, ਉਹਨਾਂ ਦਾ ਵੀ ਗੱਠਜੋੜ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਕੇ। ਹੋਰ ਵੀ ਬਹੁਤ ਸਾਰੇ ਸਿੱਖ ਲੀਡਰ ਸਾਹਿਬਾਨ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਗਏ ਨੇ। ਉਹਨਾਂ ਦਾ ਬੀਜੇਪੀ ਦੇ ਨਾਲ ਮੇਲ ਕਰਕੇ, ਗੱਠਜੋੜ ਕਰਕੇ ਤੇ ਇਸ ਵਕਤ ਇਲੈਕਸ਼ਨ ਲੜਨਾ, ਇਹਨੂੰ ਕਿਵੇਂ ਦੇਖਦੇ ਹੋ ਜੀ? ਸੰਦਨਵਾਲੀਆ ਸਾਹਿਬ, ਇਹਨਾਂ ਦੇ ਪੈਰਾਂ ਥੱਲੋਂ ਧਰਤੀ ਖਿਸਕ ਗਈ ਹੈ। ਕਿਉਂ ਕਰਕੇ 5 ਸਾਲ ਮਹਾਰਾਜਾ ਪਟਿਆਲਾ ਸਾਹਿਬ ਨੇ ਗੁਟਕਾ ਚੱਕ ਕੇ ਵਾਅਦਾ ਕੀਤਾ ਸੀ, ਜੇ ਮੈਨੂੰ ਵੋਟਾਂ ਕਾਂਗਰਸ ਨੂੰ ਪਾਉਂਦੇ ਹੋ ਤੇ ਬਰਗਾੜੀ ਦੇ ਵਿੱਚ ਜਿਹੜੀ ਬੇਅਦਬੀ ਹੋਈ ਹੈ ਉਹਦੇ ਜਿਹੜੇ ਕਰਨ ਵਾਲੇ ਹੈਗੇ ਹੈ ਮੁਲਜ਼ਮ ਨੇ, ਉਹਨਾਂ ਨੂੰ ਮੈਂ ਫੜ ਲੂੰਗਾ, ਤੇ ਜਿਹੜੇ ਨਸ਼ੇ ਵੇਚਦੇ ਹੈ ਉਹਨਾਂ ਨੂੰ ਮੈਂ ਫੜ ਲੂੰਗਾ। ਤੇ ਸਿਰਫ ਮਹਾਰਾਜਾ ਪਟਿਆਲੇ ਤੇ ਢੀਂਡਸਾ ਦਾ ਨਾਂ ਨਾ ਲਓ, ਬਾਦਲ ਸਾਹਿਬ ਤੇ ਸਾਰੀ ਪਾਰਟੀ ਬੀਜੇਪੀ ਦੇ ਨਾਲ ਘਿਓ ਖਿਚੜੀ ਹੋਈ ਹੈ। 1996 ਦੇ ਵਿੱਚ ਜਿਹੜੀ ਮੋਗੇ ਦੇ ਵਿੱਚ ਬਾਦਲ ਸਾਹਿਬ ਨੇ ਕਾਨਫਰੰਸ ਕੀਤੀ ਸੀ, ਉੱਥੇ ਇਹਨਾਂ ਨੇ ਕਹਿਤਾ ਸੀਗਾ ਕਿ ਹੁਣ ਇਹ ਅਕਾਲੀ ਦਲ ਨਹੀਂ ਹੈ, ਇਹ ਪੰਜਾਬ ਪਾਰਟੀ ਹੈ। ਫਿਰ ਤੁਸੀਂ ਦੇਖੋ ਇਹਨਾਂ ਦੀ ਕਾਰਵਾਈ। ਅਕਾਲੀ ਦਲ ਹਮੇਸ਼ਾ ਮੰਗਦਾ ਰਿਹਾ ਹੈ ਇਹ ਆਪਣੀ ਮੁਖਤਿਆਰੀ, ਆਪਣੀ ਆਟੋਨਮੀ, ਤੇ ਜਦੋਂ ਆਟੋਨਮੀ ਨੂੰ ਰੱਦ ਕੀਤਾ ਮੋਦੀ ਨੇ 370 ਦਫਾ ਤੇ 35A ਕਸ਼ਮੀਰ ਦੇ ਵਿੱਚ ਖੁਦ ਮੁਖਤਿਆਰੀ ਦੇ ਖਿਲਾਫ ਬਾਦਲ ਸਾਹਿਬ ਦੇ ਸਾਰੇ MPs ਨੇ ਵੋਟਾਂ ਪਾਈਆਂ ਬੀਜੇਪੀ RSS ਦੇ ਨਾਲ। ਇਹਨਾਂ ਨੇ ਕੋਈ ਓਪਰਚੁਨਿਟੀ ਨਹੀਂ ਛੱਡੀ ਕਿ ਅਸੀਂ ਬੀਜੇਪੀ RSS ਦਾ ਸਾਥ ਛੱਡੀਏ। ਜਦੋਂ ਕਿਸਾਨਾਂ ਦਾ ਮੋਰਚਾ ਲੱਗਿਆ, ਤਕਲੀਫ ਇਹੀ ਸੀ ਕਿ ਇਹਨਾਂ ਨੇ ਵੀ ਬੀਜੇਪੀ ਦੇ ਨਾਲ ਵੋਟਾਂ ਪਾ ਕੇ ਉਹ ਕਿਸਾਨ ਕਾਨੂੰਨ ਲਾਗੂ ਕਰਵਾਏ ਸੀਗੇ। ਸੋ ਇਹ ਸਾਰਾ ਜਿਹੜਾ ਸਿਲਸਿਲਾ ਹੈ ਇਹ RSS ਤੇ ਬੀਜੇਪੀ ਦੇ ਹੱਥ ਦੇ ਵਿੱਚ ਸਾਡੀ ਕੌਮ ਦੇ ਆਗੂ ਆਏ ਹੋਏ ਹੈ, ਸਾਡੀਆਂ ਇੰਸਟੀਟਿਊਸ਼ਨਸ ਆਈਆਂ ਹੋਈਆਂ SGPC, ਸਾਡੇ ਇਹ ਧਾਰਮਿਕ ਸਥਾਨ ਆਏ ਹੋਏ ਹੈ, ਸਾਡੇ ਇੰਸਟੀਟਿਊਸ਼ਨਸ ਐਜੂਕੇਸ਼ਨ ਦੀਆਂ ਇਹ ਹਿਸਟਰੀ ਚੇਂਜ ਕਰ ਰਹੇ ਹੈ, ਸਾਰਾ ਕੁਛ ਕਰ ਰਹੇ ਹੈ। ਪਰ ਜਿਹੜੇ ਬੰਦੇ ਰਿਸਪੌਂਸਿਬਲ ਜਿਨ੍ਹਾਂ ਦੇ ਤੁਸੀਂ ਨਾਂ ਲਏ ਹੋ, ਇਹ ਰਿਸਪੌਂਸਿਬਲ ਹੈ ਗੱਲ ਕਰਨ ਦੇ, ਪਰ ਇਹ ਨਹੀਂ ਕਰਦੇ ਹੈਗੇ। ਹੁਣ ਤੁਸੀਂ ਦੱਸੋ ਕਿ ਆਪਾਂ ਹੁਣ ਇਹੋ ਜਿਹੇ ਸਿਲਸਿਲੇ 'ਚ ਫਸੇ ਹੋਏ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਇੱਕ ਆਖਰੀ ਪਾਰਟੀ ਹੈ ਜਿਹੜੀ ਸਟਰਗਲ ਕਰ ਰਹੀ ਹੈ ਡੈਮੋਕ੍ਰੈਟਿਕਲੀ ਅਤੇ ਪੀਸਫੁਲੀ, ਕਿ ਇਹ ਜਿਹੜਾ ਸਟੇਲਮੇਟ ਹੈ ਇਹਨੂੰ ਤੋੜ ਕੇ ਸਿੱਖਾਂ ਨੂੰ
ਅੱਗੇ ਦਿਖਾਈਏ ਕਿ ਅਸੀਂ ਖੁਦ ਮੁਖਤਿਆਰ ਕੌਮ ਹੈ, ਵੀ ਆਰ ਅ ਸੋਵਰਨ ਪੀਪਲ, ਵੀ ਡੋਂਟ accept any alien rule. ਜੀ ਇੱਕ ਮਾਨ ਸਾਹਿਬ ਪਿਛਲੇ ਦਿਨੀ ਜਿਹੜਾ ਪਾਕਿਸਤਾਨ ਦੇ ਨਾਲ ਰਿਲੇਟਡ ਵਾਰ-ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਜੀ ਕਿ ਵੀ ਪਾਕਿਸਤਾਨ ਦਾ ਉਹ ਬੜਾ ਖਤਰਾ ਹੈ ਜੀ, ਪਾਕਿਸਤਾਨ ਤੋਂ ਨਸ਼ੇ ਆਉਂਦੇ ਨੇ ਜੀ, ਪਾਕਿਸਤਾਨ ਇੰਟਰਫੇਅਰ ਕਰਦਾ। ਈਵਨ ਕੈਪਟਨ ਸਾਹਿਬ ਨੇ ਤਾਂ ਇਹ ਵੀ ਕਿਹਾ, ਵਾਰ-ਵਾਰ ਕਹਿੰਦੇ ਨੇ ਉਹ ਕਿ ਮੇਰੇ ਕੋਲ ਚਿੱਠੀ ਪਈ ਹੈ ਕਿ ਇਮਰਾਨ ਖਾਨ ਨੇ ਕਿਹਾ ਸੀ ਕਿ ਸਿੱਧੂ ਸਾਹਿਬ ਨੂੰ ਤੁਸੀਂ ਮੰਤਰੀ ਬਣਾਓ। ਉਸ ਤੋਂ ਬਾਅਦ ਆਪਾਂ ਇਹ ਵੀ ਦੇਖਿਆ ਕਿ ਪਿਛਲੇ ਸਮੇਂ 'ਚ BSF ਜਿਹੜੀ ਹੈ ਉਹਦਾ ਦਾਇਰਾ 50 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ। ਇਹ ਜਿਹੜਾ ਕਿਉਂਕਿ ਬਾਰਡਰ ਤਾਂ ਇੰਡੀਆ ਦੇ ਹੋਰਨਾਂ ਹਿੱਸਿਆਂ ਦੇ ਨਾਲ ਵੀ ਲੱਗਦਾ, ਪਰ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਣਾ ਵੀ ਪਤਾ ਨਹੀਂ ਪਾਕਿਸਤਾਨ ਦਾ ਧਿਆਨ ਪੰਜਾਬ 'ਚ ਹੀ ਹੈ, ਇਹ ਕੁਛ ਬਣਾਈ ਗਈ ਚੀਜ਼ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਤੁਸੀਂ ਦੇਖਦੇ ਹੋ? ਸੰਦਰਮਾਲੀਆ ਸਾਹਿਬ, ਇਹ ਬੜੀ ਗਹਿਰੀ ਸਾਜ਼ਿਸ਼ ਹੈ ਕਿ ਸਾਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਸਿੱਖ ਪਾਕਿਸਤਾਨ ਦੇ ਨਾਲ ਰਲ ਗਏ ਹਾਂ, ਅਤੇ ਜੇ ਇਹ BJP ਅਤੇ ਮਹਾਰਾਜਾ ਪਟਿਆਲਾ ਅਤੇ ਇਹਨਾਂ ਦੀ ਜੁੱਟ ਬਾਦਲ ਹੋਣੀ ਪਾਵਰ 'ਚ ਨਾ ਆਏ ਤਾਂ ਪਾਕਿਸਤਾਨ ਦਾ ਇੱਥੇ ਇਨਫਲੂਐਂਸ ਬਹੁਤ ਵੱਧ ਜਾਣਾ। ਪਰ ਹੁਣ ਇਹ ਭੁੱਲ ਜਾਂਦੇ ਹੈ ਕਿ ਉਹ ਵੀ ਪੰਜਾਬੀ ਹੈ, ਅਸੀਂ ਵੀ ਪੰਜਾਬੀ ਹੈ। ਰੋਜ਼ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ 'ਚ ਰਹਿ ਗਏ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਇਹ ਜਿੱਦਣ ਰੋਜ਼ ਆਪਾਂ ਅਰਦਾਸਾਂ ਕਰਦੇ ਹਾਂ ਤਾਂ ਫਿਰ ਇਹਨਾਂ ਨੂੰ ਕਾਹਦਾ ਡਰ ਹੈ ਪਾਕਿਸਤਾਨ ਤੋਂ? ਸਾਡੀ ਬੋਲੀ ਉੱਥੇ ਹੈਗੀ ਹੈ, ਸਾਡਾ ਮਜ਼ਹਬ ਪਾਕਿਸਤਾਨ ਦੇ ਵਿੱਚ ਹੈ, ਸਾਡਾ ਖਾਣਾ ਪੀਣਾ ਉੱਥੇ ਹੈਗਾ। ਕਿਹੜੀ ਚੀਜ਼ ਹੈ ਜਿਹੜੀ ਉੱਥੇ ਨਹੀਂ ਹੈ ਸਿਵਾਏ ਸਾਡੇ ਮਜ਼ਹਬ ਤੋਂ ਮੇਰਾ ਮਤਲਬ ਹੈ ਕਿ ਹਊਆ ਬਣਾ ਦੇਣਾ ਪਾਕਿਸਤਾਨ ਦਾ ਹੁਣ ਹਿੰਦੂ ਅਤੇ ਮੁਸਲਮਾਨ ਦੀ ਇਤਿਹਾਸ ਦੇ ਵਿੱਚ ਨਹੀਂ ਬਣੀ। ਇਹ ਗੱਲ ਅਲੱਗ ਹੈ, ਪਰ ਸਾਨੂੰ ਸਿੱਖਾਂ ਨੂੰ ਡਰ ਪਾ ਦੇਣਾ ਕਿ ਜੇ BJP ਦਾ ਰਾਜ ਜਾਂ ਮਹਾਰਾਜਾ ਪਟਿਆਲੇ ਦਾ ਜਾਂ ਬਾਦਲਾਂ ਦਾ ਨਾਂ ਆਇਆ ਤਾਂ ਪਾਕਿਸਤਾਨ ਅੰਦਰ ਆ ਜਾਊਗਾ। ਅਤੇ ਤੁਸੀਂ ਦੱਸੋ ਕਿ ਜੇ ਡਿਪਲੋਮੈਟਿਕ ਕੋਈ ਚਿੱਠੀ ਆਵੇ ਉਸ ਨੂੰ ਪਬਲਿਕਲੀ ਡਿਸਕਲੋਜ਼ ਕਰ ਦੇਣਾ, ਇਹ ਕਿੱਡੀ ਕੁ ਲਿਆਕਤ ਹੈ? ਜੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਚਿੱਠੀ ਮਹਾਰਾਜ ਸਾਹਿਬ ਨੂੰ ਆਈ ਹੈ, ਉਹ ਕੌਨਫੀਡੈਂਸ਼ੀਅਲ ਚੀਜ਼ ਹੈ, ਅਤੇ ਉਸ ਨੂੰ ਡਿਸਕਲੋਜ਼ ਕਰਕੇ ਆਪਣੀ ਬਹਾਦਰੀ ਹਿੰਦੂਤਵਾ ਨੂੰ ਦਿਖਾਉਣੀ ਕਿ ਮੈਂ ਕਿੰਨਾ ਵਫਾਦਾਰ ਹੈ, ਮੈਂ ਤਾਂ ਸਮਝਦਾ ਇਹ ਬਿਲਕੁਲ ਗਲਤ ਗੱਲ ਹੈ ਜੀ। ਮੈਂ ਇਹਦੇ ਨਾਲ ਸਹਿਮਤ ਨਹੀਂ, ਆਮ ਸੌਰੀ ਜੀ। ਮਾਨ ਸਾਹਿਬ, ਇੱਕ ਪਿਛਲੇ ਸਮੇਂ 'ਚ ਮੈਂ ਇੱਕ ਕੰਟਰੋਵਰਸੀ ਟਾਈਪ ਸੁਣ ਰਿਹਾ ਸੀ, ਮੈਂ ਚਾਹੁੰਦਾ ਜ਼ਰੂਰ ਤੁਸੀਂ ਉੱਤੇ ਟਿੱਪਣੀ ਕਰੋ। ਉਹ ਕਿਹਾ ਜਾਂਦਾ ਜੀ ਕਿ ਵੀ ਜਿਹੜੇ ਮੁਸਲਮਾਨ ਸੀਗੇ ਉਸ ਟਾਈਮ ਦੇ ਸ਼ਾਸਕ, ਉਹਨਾਂ ਨੇ ਜੇ ਸਿੱਖ ਗੁਰੂ ਸਾਹਿਬਾਨਾਂ ਦੇ ਨਾਲ ਦੇਖਿਆ ਜਾਵੇ ਤਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਜੀ ਆਡਾ ਲਾਉਣ ਵਾਲੀ। ਐਂਡ ਬਹੁਤ ਸ਼ਹੀਦੀਆਂ ਵੀ ਹੋਈਆਂ, ਚਾਹੇ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰ ਲਈਏ, ਫਿਰ ਉਸ ਤੋਂ ਬਾਅਦ ਆਪਾਂ ਸਾਹਿਬਜ਼ਾਦਿਆਂ ਤੱਕ ਚਲੇ ਜਾਈਏ, ਜਾਂ ਉਸ ਤੋਂ ਬਾਅਦ ਵਾਲੀਆਂ ਜੰਗਾਂ ਦੀ ਵੀ ਆਪਾਂ ਗੱਲ ਕਰ ਲਈਏ, ਤਾਂ ਉਹ ਕਹਿੰਦੇ ਵੀ ਟਸਲ ਤਾਂ ਸ਼ੁਰੂ ਤੋਂ ਰਹੀ। ਅਤੇ ਹੁਣ ਕਿਹਾ ਜਾਂਦਾ ਜੀ ਵੀ ਇਹ ਸਿੱਖ ਅਤੇ ਮੁਸਲਮਾਨ ਭਾਈ ਨੇ। ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਸਮਝਾਉਂਦੇ ਹੋ? ਕਿਉਂਕਿ ਇੱਕ ਚਰਚਾ ਹੈਗੀ ਹੈ ਕਿ ਵੀ ਜੇ ਪਹਿਲਾਂ ਇੰਨੀ ਇਤਿਹਾਸ ਦੇ ਵਿੱਚ ਟਸਲ ਸੀਗੀ ਅਤੇ ਹੁਣ ਅਚਾਨਕ ਤੋਂ ਭਾਈ ਕਿੱਦਾਂ ਹੋ ਗਏ ਜੀ? ਇਹ ਇਸ ਕਰਕੇ ਵੀ ਹੈ, ਉਹ ਕਹਿੰਦੇ ਵੀ ਹਿੰਦੂ ਅਤੇ ਸਿੱਖ ਜਿਹੜੇ ਨੇ ਉਹ ਨੇੜੇ ਨੇ, ਅਤੇ ਸਿੱਖਾਂ ਅਤੇ ਮੁਸਲਮਾਨਾਂ ਦਾ ਟਕਰਾਅ ਇਤਿਹਾਸ 'ਚ ਰਿਹਾ। ਤੁਸੀਂ ਇਹਨੂੰ ਕਿੱਦਾਂ ਸਮਝਾਉਂਦੇ ਹੋ? ਸੰਦਰਮਾਲੀਆ ਸਾਹਿਬ, ਸਾਨੂੰ ਇੱਕ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੋਂ ਲੈ ਕੇ ਸਾਨੂੰ ਇੱਕ ਮਾਰਸ਼ਲ ਕੌਮ ਬਣਾਤਾ। ਅਸੀਂ ਮੁਸਲਮਾਨਾਂ ਦੇ ਖਿਲਾਫ ਲੜੇ ਹੈ, ਮੁਗਲਾਂ ਦੇ ਖਿਲਾਫ, ਅਫਗਾਨਾਂ ਦੇ, ਉਹਨਾਂ ਨੇ ਸਾਨੂੰ ਹਰਾਇਆ, ਅਸੀਂ ਉਹਨਾਂ ਨੂੰ ਹਰਾਇਆ। ਜਿਹੜੀਆਂ ਕੌਮਾਂ ਆਪਣੇ ਆਪ ਲੜ ਕੇ ਰੰਜ ਲਾ ਦੇਣ ਅਤੇ ਉਹਨਾਂ ਦੇ ਵਿੱਚ ਦੋਸਤੀ ਵੀ ਆ ਜਾਂਦੀ ਹੈ। ਅਤੇ ਹਿੰਦੂ ਨੇ ਘੱਟ ਕੀਤਾ ਜਿਹੜਾ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਵਾੜਤੀਆਂ, ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰਤਾ। ਸਾਡੀ ਆਉਣ ਵਾਲੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਉਹਨੂੰ ਇਹ ਤੈਸ਼ ਨੈਸ਼ ਕਰਤਾ। ਸਾਡਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਈ। ਫਿਰ 1984 'ਚ ਰਾਜੀਵ ਗਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਾਈ, ਜੈਨੋਸਾਈਡ ਕਰਾਈ। ਅਤੇ ਉਸ ਤੋਂ ਬਾਅਦ ਇਹ ਸਾਡੇ ਪੈਂਡਿੰਗ ਜਿਹੜੇ ਇਸ਼ੂਜ਼ ਹੈ ਪਾਣੀਆਂ ਦੇ, ਸਾਡੀ ਟੈਰੀਟਰੀ ਦੇ, ਉਹ ਵੀ 1966 ਦੇ ਵਿੱਚ ਛੋਟਾ ਜਿਹਾ ਪੰਜਾਬ ਬਣਾਤਾ, ਜਦ ਕਿ ਰਾਜਸਥਾਨ, ਹਰਿਆਣੇ ਦੇ ਵਿੱਚ, ਹਿਮਾਚਲ ਦੇ ਸਾਡੇ ਪੰਜਾਬੀ ਸਪੀਕਿੰਗ ਏਰੀਆਜ਼ ਹੈਗੇ ਹੈ।
ਤੇ ਇਹਨਾਂ ਦੀ ਨਹਿਰੂ ਤੇ ਗਾਂਧੀ ਦੀ ਸਾਜ਼ਿਸ਼ ਦੇ ਨਾਲ ਪਾਕਿਸਤਾਨ ਬਣਿਆ ਹੈ। ਸਾਡਾ ਪੰਜਾਬ ਅੱਧਾ ਹੋਇਆ। ਤੁਸੀਂ ਦੱਸੋ ਉਸ ਵੇਲੇ ਗਲਤੀ ਸਾਡੀ ਵੀ ਸੀ। ਕੋਈ ਵੀ ਪੰਜਾਬ ਦਾ ਲੀਡਰ ਜਾਂ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਉਹਨੇ ਨਹੀਂ ਕਿਹਾ ਕਿ ਅਸੀਂ ਪੰਜਾਬ ਨੂੰ ਸਾਬਤ ਰੱਖਣਾ ਚਾਹੁੰਦੇ ਹਾਂ ਅਤੇ ਸਬੂਤਾ ਰੱਖਣਾ ਚਾਹੁੰਦੇ ਹੈ। ਅਤੇ ਬਾਹਰਲੇ ਬੰਦੇ, ਇੱਕ ਗਾਂਧੀ ਗੁਜਰਾਤ ਤੋਂ ਆ ਗਿਆ, ਨਹਿਰੂ ਆ ਗਿਆ ਯੂਪੀ ਤੋਂ, ਜਿੰਨਾ ਆ ਗਿਆ ਬੰਬੇ ਤੋਂ, ਅਤੇ ਮਾਊਂਟ ਬੈਟਨ ਅਤੇ ਐਟਲੀ ਆ ਗਏ ਵਲੈਤ ਤੋਂ। ਇਹਨਾਂ ਨੇ ਸਾਡਾ ਪੰਜਾਬ ਤੋੜ ਕੇ ਰੱਖਤਾ। ਅਤੇ ਉਸ ਵੇਲੇ ਕੀ ਇਹ ਸਾਰੇ ਲੀਡਰ ਸੁੱਤੇ ਪਏ ਸੀਗੇ? ਅੱਛਾ ਮਾਨ ਸਾਹਿਬ, ਪੰਜਾਬ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਦੀ ਸਰਕਾਰ ਹੈ ਜੀ। ਤੁਸੀਂ ਕਿਉਂਕਿ ਜ਼ਿਕਰ ਕੀਤਾ ਵੀ 84 ਦੇ ਵਿੱਚ ਜੋ ਕੁਝ ਹੋਇਆ ਜੀ ਉਹ ਸਾਰਿਆਂ ਨੂੰ ਚੇਤਾ, ਉਹ ਜ਼ਖਮ ਅਜੇ ਤੱਕ ਇਕੱਲੇ ਨੇ ਜੀ, ਉਹ ਇਨਸਾਫ ਅਜੇ ਤੱਕ ਮਿਲਿਆ ਨਹੀਂ। ਅਤੇ ਜੇ ਮੈਂ ਲੇਟੈਸਟ ਗੱਲ ਵੀ ਕਰਾਂ ਤਾਂ ਅਜੇ ਵੀ ਆ ਦਿੱਲੀ ਦੇ ਵਿੱਚ ਮਸਲਾ ਇੱਕ ਉਹ ਸਿੱਖ ਬੀਬੀ ਦੇ ਨਾਲ ਜੋ ਕੁਝ ਹੋਇਆ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਆ। ਇਹ ਫਿਰ ਵੀ ਉਹਦੇ ਬਾਵਜੂਦ ਵੀ ਕਾਂਗਰਸ ਪਾਰਟੀ ਦਾ ਵਾਰ-ਵਾਰ ਪੰਜਾਬ ਦੇ ਵਿੱਚ ਰਾਜ ਕਰਨਾ, ਉਹਨਾਂ ਨੂੰ ਵੋਟਾਂ ਮਿਲਣੀਆਂ, ਹੁਣ ਵੀ ਉਹ ਕਹਿੰਦੇ ਨੇ ਕਿ ਅਗਲੇ 5 ਸਾਲ ਸਾਨੂੰ ਫਿਰ ਦਿਓ। ਫਿਰ ਵਾਰ-ਵਾਰ ਉਹਨਾਂ ਦੇ ਜਿੱਤਣ ਦਾ ਕਾਰਨ ਕੀ ਸਮਝਦੇ ਹੋ ਜੀ ਤੁਸੀਂ? ਸੰਦਰਵਾਲੀਆ ਸਾਹਿਬ, ਸਾਡੇ ਉੱਤੇ, ਅਸੀਂ ਗੁਲਾਮ ਕੌਮ ਹੈ, ਸਾਡੇ ਉੱਤੇ ਰਾਜ ਹੋ ਰਿਹਾ ਹਿੰਦੁੱਤਵਾ ਦਾ ਦਿੱਲੀ ਦਾ। ਸਾਨੂੰ ਫੇਕ ਕੇ ਰੱਖਤਾ, ਸਾਡੀ ਨਸਲਕੁਸ਼ੀ ਕਰਤੀ ਹੈ। ਮੁੰਡੇ ਬਾਹਰ ਨੂੰ ਭੱਜੇ ਜਾਂਦੇ ਆ, ਹਿਜਰਤ ਕਰੀ ਜਾਂਦੇ ਆ ਅੱਜ ਵੀ ਸਿੱਖ। ਅਤੇ ਇਹ ਸਟੇਬਲ ਥੋੜ੍ਹੀ ਹੈ। ਇੰਨਾ ਡਰ ਪੈਦਾ ਕਰਤਾ ਸਿੱਖਾਂ ਦੇ ਵਿੱਚ ਕਿ ਇਹ ਸਾਨੂੰ ਹੀ ਪਤਾ ਕਿ ਵੀ ਅਸੀਂ ਇਹਦੇ ਨਾਲ ਡਹਿ ਰਹੇ ਹਾਂ। ਨਹੀਂ ਤਾਂ ਇਹ ਜਿੰਨੀ ਤਸ਼ੱਦਦ ਸਾਡੇ ਉੱਤੇ ਹੋਈ ਆ, ਅੱਜ ਵੀ ਜਿਹੜਾ ਡਰ ਹੈ, ਅਤੇ ਅੱਜ ਵੀ ਜਿਹੜਾ ਇਹ ਬੀਜੇਪੀ ਅਤੇ ਮਹਾਰਾਜਾ ਪਟਿਆਲਾ ਰਲ ਕੇ ਕਹਿ ਰਹੇ ਹੈ ਕਿ ਜੇ ਸਾਡੀ ਸਰਕਾਰ ਨਾ ਆਈ ਤਾਂ ਪਾਕਿਸਤਾਨ ਇੱਥੋਂ ਆ ਜਾਊਗਾ, ਇਹ ਸਾਨੂੰ ਸਮਝਦੇ ਕੀ ਹੈ? ਮੇਰਾ ਕਹਿਣ ਦਾ ਭਾਵ ਹੈ ਕਿ ਸਾਡੇ ਉੱਤੇ ਇਹੋ ਜਿਹੇ ਇਲਜ਼ਾਮ ਲਾਉਂਦੇ ਹੈ। ਵਰਲਡ ਵਾਰ 2 ਦੇ ਵਿੱਚ ਸੋਵੀਅਤ ਯੂਨੀਅਨ ਨੇ ਆਪਣੇ ਟਾਟਰ ਰੇਸ ਦੇ ਉੱਤੇ ਇਲਜ਼ਾਮ ਲਾਤੇ ਸੀਗੇ ਕਿ ਤੁਸੀਂ ਨਾਟਸੀ ਜਰਮਨੀ ਨਾਲ ਰਲੇ ਹੋਏ ਹੋ, ਅਤੇ ਉਹਨਾਂ ਨੂੰ ਲੋਕ ਸਟੌਕ ਐਂਡ ਬੈਰਲ ਫੜ ਕੇ ਸਾਇਬੇਰੀਆ ਦੇ ਵਿੱਚ ਭੇਜਤਾ ਸੀ ਸਾਰੀ ਨਸਲ ਨੂੰ, ਟਾਟਰਸ ਨੂੰ। ਅਤੇ ਇਹੋ ਜਿਹਾ ਕੰਮ ਇਹ ਕਰਨਾ ਚਾਹੁੰਦੇ ਆ ਜਿਵੇਂ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਖਤਮ ਕਰਤੀ ਹੈ। ਇਹ ਉਸੇ ਤਰ੍ਹਾਂ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ, ਕਹਿ ਕੇ ਕਿ ਪਾਕਿਸਤਾਨ ਆ ਜੋ BSF ਦੀ ਜੂਰਿਸਡਿਕਸ਼ਨ ਵਧਾਤੀ ਹੈ। ਤਾਂ ਮੇਰਾ ਮਤਲਬ ਹੈ ਕਿ ਦੇ ਡੋਂਟ ਟਰਸਟ ਅਸ, ਦੇयर इज अ लैक ऑफ ट्रस्ट। ਜੀ ਨਹੀਂ, ਕਾਂਗਰਸ ਪਾਰਟੀ ਬਾਰੇ ਵੀ ਕੋਈ ਦੱਸੋ ਜੀ। ਕਾਂਗਰਸ ਪਾਰਟੀ ਨੂੰ ਕਿੱਦਾਂ ਦੇਖਦੇ ਹੋ ਜੀ, ਉਹਨਾਂ ਦੇ ਰਾਜ ਨੂੰ? ਆਪਾਂ ਚਲੋ ਬੀਜੇਪੀ ਦੀ ਗੱਲ ਕਰ ਲਈ, ਕਾਂਗਰਸ ਪਾਰਟੀ ਵੀ ਇਸ ਵਕਤ ਚੰਨੀ ਸਾਹਿਬ CM ਨੇ ਜੀ ਪੰਜਾਬ ਦੇ ਵਿੱਚ, ਅਤੇ ਉਹ ਗਾਂ ਅਗਲੇ CM ਕਹਿੰਦੇ ਦੁਬਾਰਾ ਬਣਨਾ। ਉੱਧਰੋਂ ਸਿੱਧੂ ਸਾਹਿਬ ਵੀ ਕਹਿੰਦੇ ਮੈਂ ਬਣਨਾ ਜੀ CM। ਉਹ ਤਾਂ ਦੇਖੀ ਜਾਊਗੀ ਜੀ 20 ਤਰੀਕ ਨੂੰ। ਜੇ EVM ਮਸ਼ੀਨਾਂ ਦੇ ਨਾਲ ਸੈਂਟਰ ਨੇ ਗੜਬੜ ਨਾ ਕੀਤੀ ਤਾਂ ਰਿਜ਼ਲਟ ਤਾਂ ਦੂਜੇ ਆਉਣਗੇ। ਕਾਂਗਰਸ ਨੇ ਜੋ ਕੁਛ ਕੀਤਾ, ਆਪਣੇ ਵਾਅਦੇ ਕੀਤੇ ਸਿੱਖਾਂ ਦੇ ਨਾਲ, ਉਹਦੇ 'ਤੇ ਤਾਂ ਆਏ ਨਹੀਂ, ਇਕਰਾਰ ਦੇ ਉੱਤੇ ਪੂਰੇ ਨਹੀਂ ਉਤਰੇ ਹੈਗੇ। ਸੋ ਕਾਂਗਰਸ ਭੁੱਲ ਜਾਵੇ ਕਿ ਇੱਥੇ ਉਹਨਾਂ ਨੂੰ ਸਪੋਰਟ ਮਿਲੂਗੀ। ਪਰ ਪਿੱਛੇ ਜਿਹੜਾ ਸਿੱਖਾਂ ਨੇ ਇਹ ਕਾਂਗਰਸ ਨੂੰ ਲਿਆਂਦਾ, ਮੈਨੂੰ 3 ਵਾਰੀ ਮੇਰੇ ਸਿੱਖਾਂ ਨੇ ਮੇਰੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ। ਕੈਨੇਡਾ, ਅਮਰੀਕਾ, ਬ੍ਰਿਟਨ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਸਿੱਖਾਂ ਨੇ ਪੈਸਾ ਭੇਜ ਕੇ ਆਮ ਆਦਮੀ ਪਾਰਟੀ ਨੂੰ ਮੈਨੂੰ 3 ਵਾਰੀ ਜ਼ਲੀਲ ਕੀਤਾ ਹੈ। ਆਪਣੇ ਸਿੱਖਾਂ ਨੇ ਮੇਰੀਆਂ ਜ਼ਮਾਨਤਾਂ ਜ਼ਬਤ ਕਰਾਉਣ ਲਈ। ਸੋ ਤੁਸੀਂ ਸਮਝ ਸਕਦੇ ਹੋ ਕਿ ਸਿੱਖ ਵੀ ਇਕੁਅਲੀ ਰਿਸਪੋਂਸੀਬਲ ਨੇ ਕਿ ਸਿੱਖ ਪੋਲੀਟਿਕਸ ਨੂੰ ਉੱਤੇ ਨਹੀਂ ਆਉਣ ਦਿੰਦੇ, ਜਿੰਨੀ ਰਿਸਪੋਂਸੀਬਲ ਹਿੰਦੁੱਤਵਾ ਹੈਗੀ ਆ ਜੀ। ਅੱਛਾ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਉਹਨਾਂ ਦੀ ਰਾਜਨੀਤੀ ਨੂੰ ਕਿੱਦਾਂ ਦੇਖਦੇ ਹੋ ਜੀ ਪੰਜਾਬ ਦੇ ਵਿੱਚ ਇਸ ਵਕਤ? ਤੁਹਾਨੂੰ ਜਾਪਦਾ ਕਿ ਪੰਜਾਬੀ ਉਹਨਾਂ ਨੂੰ ਹੁੰਗਾਰਾ ਦੇ ਰਹੇ ਆ, ਜਾਂ ਉਹਨਾਂ ਦੀ ਵੀ ਕੋਈ ਨਾ ਕੋਈ ਹਿਡਨ ਏਜੰਡਾ ਹੈ, ਉਹਨਾਂ ਦਾ ਵੀ ਕੋਈ ਨਾ ਕੋਈ? ਇਹ ਤਾਂ ਜੀ BJP RSS ਦੇ ਨਾਲ ਰਲੇ ਹੋਏ ਆ। ਹੁਣ ਤੁਸੀਂ ਦੇਖੋ ਜਿਹੜੇ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨਸ ਹੋਏ ਸੀਗੇ, ਇਹਨਾਂ ਨੇ ਸਾਰੀਆਂ ਦਿੱਲੀ ਦੀਆਂ ਸੀਟਾਂ BJP ਨੂੰ ਜਿਤਾਈਆਂ ਹੈਗੀਆਂ। ਅਤੇ ਇੱਥੇ ਪੰਜਾਬ ਦੇ ਵਿੱਚ ਤਾਂ ਇਲੈਕਸ਼ਨ ਲੜ ਰਹੇ ਹੈ, ਪਰ UP ਦੇ ਵਿੱਚ ਵੀ ਤਾਂ ਇਲੈਕਸ਼ਨ ਹੋ ਰਹੇ ਹੈ, ਅਤੇ ਉੱਥੇ ਕਿਉਂ ਨਹੀਂ ਲੜ ਰਹੇ ਹੈਗੇ? ਇਹ ਤਾਂ ਬਿਲਕੁਲ BJP ਦੀ ਇੱਕ ਅਦਰ ਟੀਮ ਹੈ ਕਿ ਜੇ BJP ਨਹੀਂ ਜਿੱਤੂਗੀ ਤਾਂ ਆਮ ਆਦਮੀ ਪਾਰਟੀ ਅੱਗੇ ਆਊਗੀ।
ਤੇ ਇਹਨਾਂ ਦਾ ਕੋਈ ਵੀ ਕੈਬਨਿਟ ਮਿਨਿਸਟਰ ਸਿੱਖਾਂ ਦੇ ਵਿੱਚੋਂ ਹੈ ਨਹੀਂ ਗਾ। ਇਹਨਾਂ ਨੇ 1984 ਦੇ ਵਿੱਚ ਜਿਹੜੀ ਸਿੱਖਾਂ ਦੀ ਕਤਲੇਆਮ ਤੇ ਨਸਲਕੁਸ਼ੀ ਹੋਈ ਹੈ ਉਹਦਾ ਕਮਿਸ਼ਨ ਨਹੀਂ ਬਿਠਾਇਆ। ਤੇ ਆਹ ਜਿਹੜੀ ਬੀਬੀ ਦੇ ਨਾਲ ਬੇਪਤੀ ਹੋਈ ਹੈ ਦਿੱਲੀ ਦੇ ਵਿੱਚ, ਇਹ ਦੋਨੋਂ ਬੀਜੇਪੀ ਤੇ ਆਮ ਆਦਮੀ ਪਾਰਟੀ ਰਿਸਪੌਂਸਿਬਲ ਹੈਗੇ ਹੈ। ਤੇ ਜਿਹੜਾ ਸਿੰਘ ਉੱਥੇ ਗਿਆ ਸੀਗਾ ਪਤਾ ਲੈਣ ਨੂੰ ਸਾਡੀ ਪਾਰਟੀ ਦਾ, ਅੰਮ੍ਰਿਤਪਾਲ ਸਿੰਘ, ਉਹਦੇ ਖਿਲਾਫ ਕੇਸ ਰਜਿਸਟਰ ਦਿੱਲੀ ਪੁਲਿਸ ਨੇ ਕਰਤਾ। ਤੇ ਮੇਰਾ ਮਤਲਬ ਹੈ ਕਿ ਜਿਹੜੇ ਬੰਦੇ ਉੱਥੇ ਦੇਖਣ ਗਏ ਕਿ ਉਹ ਬੀਬੀ ਦਾ ਕੀ ਹਾਲ ਹੋਇਆ, ਕਿਹੜੇ ਸਰਕਮਸਟੈਂਸਿਸ ਦੇ ਵਿੱਚ ਉਹਦੀ ਪੱਤ ਲਾਈ ਗਈ ਤੇ ਉਹਦੇ ਖਿਲਾਫ ਕੇਸ ਕਰਤਾ। ਅੱਜ ਸਾਡੇ ਹਾਈ ਕੋਰਟ, ਸੁਪਰੀਮ ਕੋਰਟ ਦੇ ਲਾਇਰ ਉਸ ਅੰਮ੍ਰਿਤਪਾਲ ਸਿੰਘ ਦੇ ਲਈ ਹਾਈ ਕੋਰਟ ਦੇ ਵਿੱਚ ਬੇਲ ਲੈਣ ਦੇ ਲਈ ਗਏ ਹੈ ਕਿ ਉਹ ਆਪਣਾ ਇਲੈਕਸ਼ਨ ਤਰਨਤਾਰਨ ਸਾਹਿਬ ਤੋਂ ਲੜ ਦੇ ਤੇ ਉਹਨੂੰ ਪੁਲਿਸ ਦਿੱਲੀ ਦੀ ਗ੍ਰਿਫਤ ਨਾ ਕਰੇ। ਸੋ ਇਹੋ ਜਿਹੇ ਟੈਰਰ ਤਸ਼ੱਦਦ ਦੇ ਵਿੱਚ ਅਸੀਂ ਰਹਿ ਰਹੇ ਹਾਂ ਅੱਜ ਕਿ ਸਾਨੂੰ ਤਾਂ ਪਤਾ ਨਹੀਂ ਕਿ ਰਿਜ਼ਲਟ ਕੀ ਹੋਊਗਾ। EVM ਮਸ਼ੀਨਾਂ ਠੀਕ ਚੱਲਣਗੀਆਂ, ਅਸੀਂ ਸੁਰੱਖਿਅਤ ਰਹਾਂਗੇ ਕਿ ਨਹੀਂ ਰਹਾਂਗੇ, ਸਾਨੂੰ ਕੋਈ ਪਤਾ ਨਹੀਂ ਕੀ ਹੋਊਗਾ। ਪਰ ਵੀ ਆਰ ਗੋਇੰਗ ਟੂ ਫਾਈਟ ਐਂਡ ਵੀ ਆਰ ਗੋਇੰਗ ਟੂ ਲਿਵ like honorable people and not going to let ourselves go or accept defeat in any manner। ਜੇ ਹਾਰ ਵੀ ਜਾਵਾਂਗੇ ਤਾਂ ਵੀ ਅਸੀਂ ਲੜਾਂਗੇ ਲੜਾਂਗੇ ਲੜਾਂਗੇ। ਜੀ ਮਾਨ ਸਾਹਿਬ, ਇੱਕ ਗੱਲ ਮੈਂ ਪੁੱਛਣੀ ਭੁੱਲ ਨਾ ਜਾਵਾਂ, ਬੜੇ ਦਿਨਾਂ ਤੋਂ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਬਹੁਤ ਸਾਰੇ ਪਲੈਟਫਾਰਮਸ ਦੇ ਉੱਪਰ ਇਸ ਚੀਜ਼ ਦੀ ਡਿਮਾਂਡ ਕੀਤੀ ਜਾ ਰਹੀ ਕਿ ਉਹ ਸਿੱਖ ਜਿਹੜੇ ਕਿ ਜਾਂ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਨ੍ਹਾਂ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਕੋਈ ਦੋਸ਼ ਹੈ ਨਹੀਂ ਪਰ ਲੰਮਿਆਂ ਸਮੇਂ ਤੋਂ ਵਿਚਾਰੇ ਜੇਲ੍ਹਾਂ 'ਚ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ ਜੀ। ਉਹਨਾਂ ਦੇ ਬਾਰੇ ਕੋਈ ਆਸ ਉਮੀਦ ਤੁਹਾਨੂੰ ਜਾਪਦੀ ਹੈ ਜਾਂ ਤੁਹਾਡੀ ਪਾਰਟੀ ਉਸ ਤੋਂ ਬਾਅਦ ਅੱਗੇ ਕੋਈ ਪ੍ਰੋਗਰਾਮ ਕੋਈ ਜੀ? ਸੰਧਵਾਲੀਆ ਸਾਹਿਬ, ਦੇਖੋ ਸਾਡੇ ਨਾਲ ਕਿੰਨੀ ਬੇਇਨਸਾਫੀ ਹੋਈ ਹੈ। ਭੁੱਲਰ ਸਾਹਿਬ ਨੂੰ ਐਕਸਟ੍ਰੈਡਿਟ ਕੀਤਾ ਸੀ ਜਰਮਨੀ ਤੋਂ। ਤੁਹਾਨੂੰ ਪਤਾ ਹੈ ਯੂਰਪੀਅਨ ਯੂਨੀਅਨ ਦੇ ਵਿੱਚ ਡੈਥ ਪੈਨਲਟੀ ਖਤਮ ਕੀਤੀ ਗਈ ਹੈ ਤੇ ਜਰਮਨੀ ਨੇ ਜਦੋਂ ਐਕਸਟ੍ਰੈਡਿਟ ਕੀਤਾ ਭੁੱਲਰ ਸਾਹਿਬ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਡੈਥ ਪੈਨਲਟੀ ਨਹੀਂ ਦੇਣੀ। ਪਰ ਬਾਵਜੂਦ ਉਸ ਅਸ਼ੋਰੈਂਸ ਤੋਂ ਐਕਸਟ੍ਰੈਡਿਟ ਕਰਾ ਲਏ ਭੁੱਲਰ ਸਾਹਿਬ। ਫਿਰ ਸੁਪਰੀਮ ਕੋਰਟ ਦੇ 3 ਜੱਜ ਬੈਠੇ ਜੀ ਇਹਨਾਂ ਦਾ ਕੇਸ ਡਿਸਾਈਡ ਕਰਨ ਦਾ ਕਿ ਇਹਨਾਂ ਨੂੰ ਕਿਹੜੀ ਪਨਿਸ਼ਮੈਂਟ ਮਿਲੂਗੀ। ਜਿਹੜਾ ਪ੍ਰੈਜ਼ਾਈਡਿੰਗ ਜੱਜ ਸੀਗਾ ਬੈਂਚ ਦਾ, ਉਹ ਸੀਗਾ ਸ਼ਾਹ ਇੱਕ ਮੁਸਲਮਾਨ, 2 ਜੱਜ ਸੀਗੇ ਹਿੰਦੂਤਵਾ ਦੇ। ਤੇ ਜਿਹੜਾ ਪ੍ਰੈਜ਼ਾਈਡਿੰਗ ਜੱਜ ਸ਼ਾਹ ਸਾਹਿਬ ਸੀ, ਉਹਨਾਂ ਨੇ ਭੁੱਲਰ ਸਾਹਿਬ ਨੂੰ ਬਿਲਕੁਲ ਐਗਜ਼ੋਨਰੇਟ ਕਰਤਾ ਤੇ ਬਰੀ ਕਰਤਾ। ਪਰ ਜਿਹੜੇ ਦੂਜੇ 2 ਜੱਜ ਸੀਗੇ, ਉਹਨਾਂ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਤੀ। ਹੁਣ ਜੇ ਫਾਂਸੀ ਦੀ ਸਜ਼ਾ ਦੇਣੀ ਹੈ ਫਿਰ ਯੂਨੈਨਿਮਸ ਸਰਬਸੰਮਤੀ ਦੇ ਨਾਲ 3 ਜੱਜਾਂ ਦਾ ਫੈਸਲਾ ਹੋਣਾ ਚਾਹੀਦਾ। ਕਿੰਨੀ ਇਨਜਸਟਿਸ ਹੈ ਕਿ 2 ਕਮਿਊਨਲ ਜੱਜਸ ਦੇ ਕਹਿਣ ਦੇ ਉੱਤੇ ਉਹਨੂੰ ਫਾਂਸੀ ਦੀ ਸਜ਼ਾ ਦੇਤੀ ਤੇ ਜਿਹੜਾ ਪ੍ਰੈਜ਼ਾਈਡਿੰਗ ਜੱਜ ਡਿਸੈਂਟ ਕਰ ਰਿਹਾ ਸੀਗਾ ਉਹਦੀ ਗੱਲ ਮੰਨੀ ਨਹੀਂ ਗਈ। ਮੇਰਾ ਮਤਲਬ ਹੈ ਕਿ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਤਾਂ ਦੇ ਸਕਦੇ ਸੀ ਪਰ ਫਾਂਸੀ ਦੀ ਸਜ਼ਾ ਤਾਂ ਨਹੀਂ ਸੀ ਦੇ ਸਕਦੇ। ਜਦੋਂ ਪ੍ਰੈਜ਼ਾਈਡਿੰਗ ਜੱਜ ਨੇ ਡਿਸੈਂਟ ਕਹਿਤਾ ਕਿ ਕਹਿੰਦਾ ਮੈਂ ਨਹੀਂ, ਇਹਨੂੰ ਟੋਟਲੀ ਮੈਂ ਰਿਹਾ ਕਰਦਾ, ਇਹਦਾ ਕੋਈ ਕਸੂਰ ਹੀ ਨਹੀਂ, ਉਹ ਨਹੀਂ ਕਦੇ ਗਿਣਿਆ ਗਿਆ। ਬਿਲਕੁਲ ਸਹੀ। ਮਾਨ ਸਾਹਿਬ, ਸਮਾਂ ਲਗਭਗ ਹੁਣ ਸਮਾਪਤ ਹੈ ਜੀ। ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹੋਵਾਂ, ਤੁਸੀਂ ਇਸ ਪਲੈਟਫਾਰਮ ਤੋਂ ਕਹਿਣੀ ਚਾਹੋ ਜੀ, ਤੁਸੀਂ ਜ਼ਰੂਰ ਕਹੋ ਜੀ। ਸੰਧਵਾਲੀਆ ਸਾਹਿਬ, ਆਈ ਐਮ ਵੈਰੀ ਗ੍ਰੇਟਫੁਲ ਟੂ ਯੂ। ਤੁਹਾਡੇ ਬਹੁਤ ਮੈਨੂੰ ਸ਼ੁਕਰੀਆ, ਤੁਸੀਂ ਬਹੁਤ ਫੇਅਰ ਇੰਟਰਵਿਊ ਕੀਤੀ ਹੈ ਅਤੇ ਮੈਂ ਆਸ ਕਰਦਾ ਕਿ ਤੁਸੀਂ ਇਸ ਇਲੈਕਸ਼ਨ ਨੂੰ ਵਾਚ ਕਰੋਗੇ ਕਿ ਇਹ ਫੇਅਰ ਐਂਡ ਫਰੀ ਹੈਗਾ। ਜਿਵੇਂ ਫੋਰਨ ਅਬਜ਼ਰਵਰਸ ਇੰਡੀਆ ਭੇਜਦਾ ਬਾਹਰ ਦੇ ਮੁਲਕਾਂ ਵਿੱਚ, ਸਾਨੂੰ ਵੀ ਜ਼ਰੂਰਤ ਹੈ ਕਿ ਇੱਥੇ ਅਬਜ਼ਰਵਰਸ ਬਾਹਰ ਦੇ ਮੁਲਕਾਂ ਤੋਂ ਆਉਣ। ਕਿਉਂ ਕਰਕੇ ਜਿਹੜਾ ਰਵੱਈਆ BJP RSS ਦਾ ਹੈ, ਜਿਹੜਾ ਮੈਂ ਤੁਹਾਨੂੰ ਸਮਝਾਤਾ, ਇਹ ਕਹਿੰਦੇ ਹੈ ਕਿ ਪਾਕਿਸਤਾਨ ਦਾ ਇਨਫਲੂਐਂਸ ਹੋ ਜਾਣਾ ਹੈ। ਤੋ ਮੈਨੂੰ ਲੱਗਦਾ ਕਿ ਇਹ ਫੇਅਰ ਐਂਡ ਫਰੀ ਇਲੈਕਸ਼ਨ ਇੱਥੇ ਨਹੀਂ ਹੋ ਸਕਦੇ ਅਤੇ ਇਹਦੇ ਉੱਤੇ ਨਿਗਾਹ ਰੱਖਣੀ ਤੁਹਾਡੇ ਵਰਗਿਆਂ ਦੀ ਜਿਵੇਂ ਬਾਜ਼ ਰੱਖਦਾ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਵੀ ਜਿੱਥੇ ਵੀ ਜਾਂਦੇ ਹੋ ਅਪੀਲ ਕਰੋ ਕਿ EVM ਮਸ਼ੀਨਾਂ ਠੀਕ ਚੱਲਣ ਅਤੇ ਠੀਕ ਰਿਜ਼ਲਟ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਦੇਵੇ ਸਾਨੂੰ। ਇਹਦੇ ਨਾਲ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਮਾਨ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਉਹਨਾਂ ਦਾ ਜੋ ਵੀ ਪ੍ਰੋਗਰਾਮ ਹੈ ਪਾਰਟੀ ਦਾ ਉਹ ਤੁਸੀਂ ਸੁਣ ਲਿਆ, ਤੇ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਜਿਹੜੀ ਇਸ ਵਕਤ ਵਿਧਾਨ ਸਭਾ ਚੋਣ 2022 ਪੰਜਾਬ 'ਚ ਹੋ ਰਹੀ ਹੈ, ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਉਹਨਾਂ ਦੀ ਪਾਰਟੀ ਨੂੰ ਜ਼ਰੂਰ ਹੁੰਗਾਰਾ ਭਰਨਗੇ। ਫਿਲਹਾਲ ਸਾਡੀ ਇਹ ਕੋਸ਼ਿਸ਼ ਹੈ ਕਿ ਵੀ ਹਰੇਕ ਪਾਰਟੀ ਨੂੰ ਉਹਨਾਂ ਦਾ ਜਿਹੜਾ ਬਣਦਾ ਮਾਣ ਸਨਮਾਨ ਹੈ ਉਹ ਜ਼ਰੂਰ ਦਿੱਤਾ ਜਾਵੇ, ਕਿਉਂਕਿ ਇਸ ਪਲੇਟਫਾਰਮ ਤੋਂ ਅਸੀਂ ਸਾਰਿਆਂ ਨੂੰ ਇਹ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹੋ ਜੀ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।